बोले सो निहाल। ਸਾਰਾ ਘੜੀ ਦੀ ਮਹਾਨ ਜੰਗ ਦੀ ਅਦੁੱਤੀ ਗਾਥਾ ਲਿਖਣ ਵਾਲੇ ਉੱਗੇ ਲੇਖਕ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਦੀ ਨਵੀਂ ਕਿਤਾਬ ਰਬਾਬੀ ਭਾਈ ਮਰਦਾਨਾ ਅਤੇ ਪੁਰਾਤਨ ਕੀਰਤਨੀਏ 7 ਜੁਲਾਈ 2021 ਨੂੰ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਰਿਲੀਜ਼ ਕੀਤੀ ਗਈ। USA ਦੇ ਰਹਿਣ ਵਾਲੇ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਨੇ ਇਸ ਕਿਤਾਬ 'ਚ ਗੁਰੂ ਘਰ ਦੇ ਪੁਰਾਤਨ ਕੀਰਤਨੀਆਂ ਅਤੇ ਉਹਨਾਂ ਦੀ ਅੰਸ ਬੰਸ ਅਤੇ ਪਰਿਵਾਰਾਂ ਦੇ ਮੌਜੂਦਾ ਹਾਲਾਤਾਂ ਬਾਰੇ ਜ਼ਿਕਰ ਕੀਤੇ ਹਨ। ਇਸ ਮੌਕੇ ਪੰਜਾਬੀ ਅਕੈਡਮੀ ਦੇ ਵਾਈਸ ਚੇਅਰਮੈਨ ਸਰਦਾਰ ਹਰਸ਼ਰਨ ਸਿੰਘ ਬੱਲੀ, ਸੈਕਟਰੀ ਰਜਿੰਦਰ ਕੁਮਾਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਮੌਜੂਦ ਸਨ। ਇਸ ਦੇ ਨਾਲ ਹੀ ਰਵਨੀਤ ਕੌਰ ਬਾਵਾ, ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ। ਸਰਦਾਰ ਡਾਕਟਰ ਗੁਰਿੰਦਰਪਾਲ ਸਿੰਘ ਜੀ ਜੋਸਨ ਸਾਹਿਬ ਇੱਥੇ ਆਏ ਹੋਏ, ਸਾਡੀ ਪੰਜਾਬੀ ਅਕੈਡਮੀ ਦੀ ਗਵਰਨਿੰਗ ਬਾਡੀ ਦੇ ਸਾਰੇ ਮੈਂਬਰਾਂ, ਨਲਵਾ ਜੀ, ਅਮਰਜੀਤ ਸਿੰਘ ਜੀ, ਹਰਪ੍ਰੀਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਆਨੰਦ ਸਾਹਿਬ ਚਤਵਾਲ ਜੀ, ਸਾਡੇ ਸੈਕਟਰੀ ਤੇਜਿੰਦਰ ਕੁਮਾਰ ਜੀ, और दूसरे सारे मेरे वीरों, चंडीगढ़ तो आए साढ़े भैन जी, मैं पंजाबी अकैडमी वालों तुहाडा सब का स्वागत करता, तुहानूं जी आया कहता। साडे लिए माण और फखर की गल है कि डॉक्टर गुरिंदरपाल सिंह जी जोसन, जिन्हां दा पंजाबी साहित्य नूं वड्डा देण है और सिक्खी के नां नूं इन्हां अमेरिका के विचकार काफ़ी उच्चा रखा। जिंदगी बड़ी छोटी हुंदी है, दिन ब दिन बड़ियां घटनावां बीतियां रहिंदियां। मैनूं हुण इत्थे आके जदों मैं जोसन साहब नूं मिलिया तो पुरानियां कई यादां ताज़ियां होईयां। इन्हां नाल पुरानी मुलाकात भी ताज़ी हुई ਜਦੋਂ ਦਿੱਲੀ ਸਾਡੇ ਕੋਲ ਆਏ ਸਨ, ਤੇ ਮੇਰੇ ਉੱਤੇ ਯਾਰ ਜਾਣ ਦੇ ਉੱਤੇ ਵੀ ਮੈਨੂੰ ਬੜਾ ਮਾਣ ਤੇ ਫਖਰ ਹੈ ਇਸ ਗੱਲ ਦੇ ਉੱਤੇ ਕਿ ਅਮਰੀਕਾ ਦੀ ਜਗ੍ਹਾ 'ਚ ਜਿੱਥੇ ਸਾਰੇ ਵਰਲਡ ਤੇ ਕਿਹਾ ਜਾਂਦਾ ਕਿ ਅਮਰੀਕਾ ਦੀ ਰਿਟ ਚੱਲਦੀ ਹੈ, ਉਹਦੀ ਸਰਕਾਰ ਚੱਲਦੀ ਹੈ। कभी भी किसी देश की करंसी को भी तोलिया जाता तो अमेरिका की करंसी नाल उन्होंने मापिया तो तोलिया जाता। उत्थे भी सिखा ने अपना ज़्यादा, आम तौर पर सिखा ने तो पंजाबियों ने कितना ज़्यादा रुतबा क्रिएट किया था कि जिद्दियां असी आके दिल्ली जाके भी मिसालां दिंदे हां। मैं समझना कि कोई शनिवार ਦੀ ਰਾਤ ਇਹੋ ਜਿਹੀ ਨਹੀਂ ਹੁੰਦੀ ਹੋਏਗੀ ਜਦੋਂ ਕਿਸੇ ਪੰਜਾਬੀ ਦੇ ਘਰ ਤੇ ਸਿੱਖ ਦੇ ਘਰ ਖਾਣਾ ਬਣਦਾ ਹੋਏਗਾ। ਉਹ ਸੈਟਰਡੇ ਸਾਰੇ ਦੇ ਸਾਰੇ ਪਰਿਵਾਰ ਗੁਰਦੁਆਰਿਆਂ ਜਾਂਦੇ ਔਰ ਉੱਥੇ ਹੀ ਰਹਿੰਦੇ, ਉੱਥੋਂ ਹੀ ਖਾਣਾ ਆਉਂਦਾ। ਜਿਹੜੇ ਘਰ ਵੀ ਬੰਦਾ ਛੱਡ ਕੇ ਹੁੰਦਾ ਉਹਦਾ ਵੀ ਲੰਗਰ ਉੱਥੋਂ ਹੀ ਆਉਂਦਾ। ਔਰ ਐਡੇ ਐਡੇ ਵੱਡੇ ਗੁਰਦੁਆਰੇ ਨੇ ਕਿ ਅਸੀਂ ਸਮਝਿਆ ਕਿ ਦਿੱਲੀ 'ਚ ਅਸੀਂ ਇੰਨਾ ਕੁਝ ਕਰ ਹੀ ਨਹੀਂ ਪਾਏ। ਜਿੱਥੋਂ ਦੀ ਗੱਲ ਇਹ ਕਰਦੇ ਨੇ, ਮੈਂ ਰਹਿ ਰਿਹਾ ਲੌਂਗ ਆਈਲੈਂਡ, ਮੈਂ ਉੱਥੇ ਗਿਆ, उन्होंने बुलाया सी गुरुद्वारे, उतों तो मेयर भी आया सी, उन्होंने स्वागत करने ली, मेरे लेडी मेयर सी उत्थे, ते उन्होंने 15 एकड़ गुरुद्वारा, अमेरिका की सब तो महंगी जगह, तुसीं अंदाजा ला सकते हो, समुद्र के किनारे है सारा लॉन्ग आइलैंड, एडी महंगी जगह ते और जिस ढंग नाल लोकी आंदे ने, जिस श्रद्धा के भावना के नाल, वो भी अपने आप की मिसाल है। असी दिल्ली च नहीं क्रिएट कर पाए। शायद साढ़े दिल्ली के लोग जो हरमंदर साहब जाते हैं तो उदों भावना पैदा होती है, लेकिन दिल्ली के गुरुद्वारे जाके नहीं होती। सारे का सारा टब्बर बच्चों को नाल लैके श्रद्धा के नाल हाजिर होंगे, जायजी पढ़ते हैं। ये अपने आप की मिसाल है। सानू अज खुशी है जो असी डॉक्टर साहब का इतने स्वागत कर रहे हैं। इन्हें सानू माण बख्शिया, प्रिविलेज दिता कि पंजाबी अकैडमी दिल्ली वालों ਇਹਦੀ ਵਰਕਿੰਗ
ਕੌਂਸਲ ਜਿਹੜੀ ਹੈ ਗਵਰਨਿੰਗ ਕੌਂਸਲ ਸਾਰੀ ਇਹਨਾਂ ਨੂੰ ਅੱਜ ਜੀ ਆਇਆ ਕਿ ਸਵਾਗਤ ਕਰੇ। ਇਹਨਾਂ ਨੇ ਭਾਈ ਮਰਦਾਨਾ ਜੀ ਦੇ ਉੱਤੇ ਇਸ ਕਿਤਾਬ ਨੂੰ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹਨਾਂ ਸਭ ਤੋਂ ਵੱਧ ਸਮਾਂ ਬਿਤਾਇਆ, ਚਾਰੋਂ ਉਦਾਸੀਆਂ ਦੇ ਵਿਚਕਾਰ, ਕਦੀ ਅੰਦਾਜ਼ਾ ਲਾ ਕੇ ਸੋਚ ਨਹੀਂ ਅਸੀਂ ਕਿ ਅੱਜ ਅਸੀਂ ਇੱਥੋਂ ਜਾਣਾ ਹੋਏ ਨਾ ਅੰਮ੍ਰਿਤਸਰ ਵੀ ਤੇ ਸੋਚਦੇ ਹਾਂ ਬਾਈ ਏਅਰ ਜਾਵਾਂਗੇ, ਬਾਈ ਰੋਡ ਨੂੰ ਵੀ ਅਸੀਂ ਅੱਜ ਕੱਲ੍ਹ ਅਵਾਇਡ ਕਰਦੇ ਹਾਂ ਕਿ ਬਾਈ ਏਅਰ ਹੀ ਜਾਵਾਂਗੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸ ਤਰ੍ਹਾਂ ਮਰਦਾਨਾ ਜੀ ਤੇ ਬਾਲਾ ਜੀ ਦੇ ਨਾਲ ਇੱਥੋਂ ਲੈ ਕੇ ਇਰਾਕ ਤੱਕ, ਸਾਊਦੀ ਅਰਬੀਆ ਤੱਕ, ਨੇਪਾਲ ਔਰ ਸਾਰੇ ਦੇਸ਼ 'ਚ ਕੋਈ ਸ਼ਹਿਰ ਨਹੀਂ ਛੱਡਿਆ ਜਿੱਥੇ ਉਹ ਉਦੋਂ ਪੈਦਲ ਨਹੀਂ ਗਏ। ਇਹ ਇੱਕ ਰੂਹਾਨੀ ਸ਼ਕਤੀ ਸੀ, ਉਸ ਅਕਾਲ ਪੁਰਖ ਦੀ ਦਿੱਤੀ ਤਾਕਤ ਸੀ, ਜਿਹਦੇ ਇੱਕ ਪੈਗੰਬਰ ਬਣ ਕੇ, ਜਿਹਦੇ ਇਹ ਕਿਹਾ ਜਾਏ ਕਿ ਉਹ ਇੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਬਣ ਕੇ ਲੋਕਾਂ ਨੂੰ ਧਰਮ ਨਾਲ ਜੋੜ ਗਿਆ। ਗੁਰੂ ਸਾਹਿਬ ਨੇ ਖੁਦ ਇਹ ਨਹੀਂ ਕਦਿਆ ਕਰੇ ਕਿ ਮੈਂ ਉਹਨਾਂ ਸਭ ਕਿ ਮੈਂ ਅਕਾਲ ਪੁਰਖ ਦੀ ਦੇਣ ਆ। ਔਰ ਇਸ ਸੰਸਾਰ 'ਚ ਪਹਿਲੇ ਜਿਸ ਨੇ ਹੱਕ ਦਾ ਨਾਰਾ ਮਾਰਿਆ, ਜ਼ੁਲਮ ਦੇ ਖੇਸ ਕੋਈ ਖੜਾ ਹੋਇਆ ਤੇ ਗੁਰੂ ਨਾਨਕ ਦੇਵ ਜੀ ਖੜੇ ਹੋਏ, ਨਹੀਂ ਤੇ ਇੱਥੇ ਤੇ ਸਾਰਾ ਬਾਬਰ ਰਾਜ ਹੀ ਸੀ। ਉਹਦੇ ਦੇਸ਼ ਜਿਹਦੇ 'ਚ ਅਸੀਂ ਰਹਿੰਦੇ ਹਾਂ, ਇਹਨੂੰ ਕਿਸੇ ਨੇ ਹਿੰਦੁਸਤਾਨ ਦਾ ਨਾਂ ਦਿੱਤਾ। ਹਿਸਟਰੀ ਵਿੱਚ ਨਲਵਾ ਜੀ ਇਹ ਹੈ ਕਿ ਹਿੰਦੁਸਤਾਨ ਨਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਭਾਰਤ ਵਰਸ਼, ਕਿ ਖੁਰਾ ਖੋਜ ਕਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਹ ਪਹਿਲੀ ਵਾਰੀ ਇਤਿਹਾਸ 'ਚ ਆਉਂਦਾ ਕਿ ਹਿੰਦੁਸਤਾਨ ਲਫ਼ਜ਼ ਜਿਹੜਾ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਸ ਦੇਸ਼। ਅੱਜ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਨੇ, ਜਿਨ੍ਹਾਂ ਸਭ ਤੋਂ ਵੱਧ ਜ਼ਿੰਦਗੀ 'ਚ ਸਮਾਂ ਉਹਨਾਂ ਨਾਲ ਗੁਜ਼ਾਰਿਆ, ਉਹਨਾਂ ਦੇ ਉੱਤੇ ਇਸ ਕਿਤਾਬ ਨੂੰ ਰਿਲੀਜ਼ ਕਰਦਿਆਂ ਹੋਇਆ ਪੰਜਾਬੀ ਅਕੈਡਮੀ ਫਖਰ ਮਹਿਸੂਸ ਕਰਦੀ ਹੈ, ਮਾਣ ਮਹਿਸੂਸ ਕਰਦੀ ਹੈ। ਇਹ ਪ੍ਰੋਗਰਾਮ ਤੇ ਕੁਝ 3 ਮਹੀਨੇ ਪਹਿਲੇ ਵੀ ਬਣਿਆ ਸੀ, ਫਿਰ ਕਰੋਨਾ ਆ ਗਿਆ ਤੇ ਸ਼ਾਇਦ ਖੁਦ ਹੀ ਡਾਕਟਰ ਸਾਹਿਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਆਉਣ ਦਾ। ਲੇਕਿਨ ਉਸ ਟਾਈਮ ਸਾਨੂੰ ਇਜਾਜ਼ਤ ਵੀ ਸੀ ਕਿ ਅਸੀਂ 50-100 ਬੰਦਿਆਂ ਦੀ ਗੈਦਰਿੰਗ ਕਰ ਸਕਦੇ ਸੀ, ਲੇਕਿਨ ਅੱਜ ਕੱਲ੍ਹ ਰਿਸਟ੍ਰਿਕਸ਼ਨ ਜ਼ਿਆਦਾ ਨੇ, ਨਹੀਂ ਤੇ ਅਸੀਂ ਕਿਸੇ ਆਵਾਜ਼ ਬੁਲਾ ਕੇ ਤੁਹਾਡਾ ਸਵਾਗਤ ਕਰਦੇ, ਤੁਹਾਨੂੰ ਜੀ ਆਇਆਂ ਕਹਿੰਦੇ, ਕਿਉਂਕਿ ਤੁਹਾਡੀਆਂ ਪ੍ਰਾਪਤੀਆਂ ਕਾਫੀ ਜ਼ਿਆਦਾ ਨੇ। ਹੁਣ ਸ਼ਹੀਦ ਊਧਮ ਸਿੰਘ ਜੀ ਦੇ ਉੱਤੇ ਕਿਤਾਬ ਮੰਗਵਾਈ ਹੈ ਲਾਇਬ੍ਰੇਰੀ ਵਿੱਚੋਂ, ਉਹਦੇ ਵਿੱਚ ਵੀ ਡਾਕਟਰ ਸਾਹਿਬ ਦਾ ਲੇਖ ਹੈ, ਉਹਦੇ ਵਿੱਚ ਡਾਕਟਰ ਸਾਹਿਬ ਦਾ ਲੇਖ ਹੈ, ਮੈਂ ਕੱਢ ਕੇ ਦਿਖਾ ਦਿੱਤਾ ਜੀ, ਮੈਂ ਲਿਖਿਆ ਹੈ ਦੇਖੋ। ਸੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਓ ਜੀ ਮਨਪ੍ਰੀਤ ਜੀ, ਆ ਜਾਓ। ਇਹਦੇ ਵਿੱਚ ਡਾਕਟਰ ਸਾਹਿਬ ਦਾ ਲੇਖ। ਸੋ ਤੁਹਾਡੀ ਬਹੁਤ ਵੱਡੀ ਦਾਨ ਹੈ, ਦੇ ਸਾਡੇ ਇਤਿਹਾਸ ਨੂੰ, ਸਾਡੇ ਸਾਹਿਤ ਨੂੰ। ਅਸੀਂ ਦਿੱਲੀ ਦੇ ਸਾਰੇ ਪੰਜਾਬੀ ਉਹਦੀ ਕਦਰ ਕਰਦੇ ਹਾਂ, ਔਰ ਸਾਨੂੰ ਇਸ ਗੱਲ ਦਾ ਮਾਣ ਤੇ ਫਖਰ ਹੈ ਕਿ ਤੁਸੀਂ ਪੰਜਾਬੀ ਅਕੈਡਮੀ ਦੇ ਇਸ ਆਫਿਸ 'ਚ ਆਏ ਹੋ, ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਤੁਹਾਨੂੰ ਜੀ ਆਇਆਂ ਕਹੀਏ। ਮੈਂ ਫਿਰ ਇੱਕ ਵਾਰੀ ਦਿਲ ਦੀ ਗਹਿਰਾਈਆਂ 'ਚੋਂ ਤੁਹਾਡਾ ਸਵਾਗਤ ਕਰਦਾ, ਤੁਹਾਨੂੰ ਜੀ ਆਇਆਂ ਕਹਿੰਦਾ, ਔਰ ਆਸ਼ਾ ਰੱਖਦਾ ਕਿ ਤੁਸੀਂ ਵੀ ਪੰਜਾਬੀ ਦੇ ਨਾਲ, ਪੰਜਾਬੀਅਤ ਦੇ ਨਾਲ, ਇਸ ਭਾਸ਼ਾ ਦੇ ਨਾਲ ਜਿੰਨਾ ਜੁੜੇ ਦਿਓ, ਸਾਨੂੰ ਵੀ ਕਦੀ ਨਾ ਕਦੀ ਇਹੋ ਜਿਹਾ ਮੌਕਾ ਦਿੰਦੇ ਰਹੋਗੇ ਕਿ ਅਸੀਂ ਤੁਹਾਨੂੰ ਸਨਮਾਨਿਤ ਕਰ ਸਕੀਏ। ਔਰ ਤੁਹਾਨੂੰ ਵੀ ਨਹੀਂ, ਹੋਰ ਵੀ ਜਿਹੜੇ ਪੰਜਾਬੀ ਨੇ ਇਸ ਗੱਲ ਦੇ ਲਈ ਵਚਨਬੱਧ ਨੇ ਕਿ ਅਸੀਂ ਇਸ ਭਾਸ਼ਾ ਦੀ ਤਰੱਕੀ ਲਈ ਬਿਹਤਰੀ ਲਈ ਕੰਮ ਕਰਨਾ। ਪੰਜਾਬੀ ਅਕੈਡਮੀ ਉਹਨਾਂ ਨੂੰ ਵੀ ਸਵਾਗਤ ਕਰਕੇ, ਉਹਨਾਂ ਨੂੰ ਵੀ ਇੱਜ਼ਤ ਮਾਣ ਸਨਮਾਨ ਦੇ ਕੇ ਖੁਸ਼ ਹੋਏਗੀ। ਅਸੀਂ ਆਪਣੇ ਆਪ ਨੂੰ ਧਰਮਭਾਗੀ ਸਮਝਾ ਕੇ ਸਾਨੂੰ ਇਹ ਜਿਹਾ ਮੌਕਾ ਮਿਲੇਗਾ। ਫਤਿਹ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ठीक है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਸਮਾਂ ਹੈ ਕਿ ਪੰਜਾਬੀ ਅਕੈਡਮੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ
ਜਿਸ ਦੇ ਵਿੱਚ ਦਾਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਤੇ ਇਹ ਸਾਰੇ ਫੰਕਸ਼ਨਾਂ ਦਾ ਪ੍ਰਬੰਧ ਕਰਨ ਵਿੱਚ ਮਨਦੀਪ ਸਿੰਘ ਜੀ ਦਾ ਬਹੁਤ ਯੋਗਦਾਨ ਹੈ ਤੇ ਉਸ ਤੋਂ ਬਿਨਾਂ ਮੈਡਮ ਜੀ ਦਾ, ਬਾਬਾ ਨਿਵਿਆ ਜੀ, ਜਿਨ੍ਹਾਂ ਨੇ ਇਹ ਸਾਰਾ ਸੰਪਰਕ ਬਣਾਇਆ ਸੀ। ਦਿੱਲੀ ਦੇ ਸਾਰੇ ਪ੍ਰੋਗਰਾਮ ਇਹ ਕਰਵਾ ਰਹੇ। ਅੱਜ ਬੜੀ ਖੁਸ਼ੀ ਦੀ ਗੱਲ ਆ, ਤੁਸੀਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਇਕੱਠੀਆਂ ਕੀਤੀਆਂ। ਨਲਵਾ ਜੀ ਸਾਰੇ 94 ਦਿੱਲੀ ਦੇ ਸਿੱਖ ਇੱਥੇ ਸ਼ਾਮਲ ਹੋਣ। ਹੁਣ ਤੱਕ ਜਿੰਨੀਆਂ ਕਿ ਮੇਰੀਆਂ ਆਰਗੇਨਾਈਜੇਸ਼ਨ ਹਨ ਉਹ ਕਾਫੀ ਵਰਕ ਹੈਗਾ, ਪਰ ਮੈਂ ਬਰੀਫਲੀ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਭਾਈ ਸਾਹਿਬ ਨੇ ਕਿਹਾ ਸੀ ਸਾਰਾਗੜੀ ਦਾ ਟੌਪਿਕ ਰੱਖ ਲਈਏ ਤੇ ਇੱਕ ਮਰਦਾਨਾ ਜੀ ਦਾ ਰੱਖ ਲਿਆ, ਜੋ ਦਾ 6-7 ਟੌਪਿਕ 'ਤੇ ਕੰਮ ਕੀਤਾ ਆ ਬੈਕ ਦੇ ਫਰੰਟ। ਸਾਰਾਗੜੀ ਦਾ ਇਤਿਹਾਸ ਸਾਨੂੰ ਪਤਾ, 12 ਸਤੰਬਰ 1897 ਨੂੰ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਜਿਹੜਾ ਜਦੋਂ ਅਨਡਿਵਾਈਡਡ ਇੰਡੀਆ ਸੀ, ਉਸ ਜਗ੍ਹਾ 'ਤੇ ਇੱਕ ਬੈਟਲ ਹੋਈ ਸੀ ਜਿਸ 'ਚ 21 ਸਿੱਖਾਂ ਨੇ 10,000 ਔਰਕਜ਼ਈ ਤੇ ਅਫਰੀਦੀ ਪਠਾਨਾਂ ਦਾ ਮੁਕਾਬਲਾ ਕੀਤਾ ਸੀ। ਸਵੇਰ ਦੇ 9 ਵਜੇ ਲੜਾਈ ਸ਼ੁਰੂ ਹੋਈ, 7 ਘੰਟੇ ਸਟ੍ਰੇਟ ਚੱਲਦੀ ਰਹੀ ਤੇ ਆਖਰੀ ਬੁਲਟ ਤੱਕ ਉਹਨਾਂ ਨੇ ਲਾਸਟ ਸਟੈਂਡ ਲੈਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਉਹਨਾਂ ਦਾ ਉਸੇ ਜਗ੍ਹਾ 'ਤੇ ਸੰਸਕਾਰ ਕੀਤਾ ਗਿਆ ਜਦੋਂ ਦੁਬਾਰਾ ਰੀਕੈਪਚਰ ਕੀਤੀ ਗਈ ਸਾਰਾ ਜਿਹੜੀ ਪੋਸਟ 2 ਦਿਨ ਬਾਅਦ 14 ਸਤੰਬਰ ਨੂੰ ਕੀਤੀ ਸੀ। 21 ਦਾ ਸੰਸਕਾਰ ਕਰਨ ਤੋਂ ਬਾਅਦ ਉਹੀ ਇੱਟਾਂ ਨੂੰ ਯੂਜ਼ ਕਰਕੇ ਉੱਥੇ ਇੱਕ ਪਿਰਾਮਿਡ ਵਰਗੀ ਯਾਦਗਾਰ ਬਣਾਈ ਗਈ, ਜਿਹੜੀ 1971 'ਚ ਭੁਚਾਲ ਕਰਕੇ ਟੱਟ ਗਈ ਤੇ ਬਾਅਦ 'ਚ ਤਾਲਿਬਾਨ ਤੇ ਪਾਕਿਸਤਾਨ ਦੀ ਆਰਮੀ ਦੀ ਲੜਾਈ ਕਰਕੇ ਉਹ ਡਿਸਟਰੋਏ ਹੋ ਗਈ ਸੀ। ਉਹਦੀ 3-4 ਫੁੱਟ ਦੀ ਵਾਲ ਬਚੀ ਆ। ਉਸੇ ਜਗ੍ਹਾ 'ਤੇ ਜਾ ਕੇ 122 ਸਾਲ ਬਾਅਦ ਮੈਂ ਪਹਿਲੀ ਅਰਦਾਸ ਕੀਤੀ ਤੇ ਨਿਸ਼ਾਨ ਸਾਹਿਬ ਚਲਾਇਆ। ਤੇ ਦੂਸਰੀ ਯਾਦਗਾਰ ਉੱਥੋਂ ਬਣੀ ਆ ਲੌਕਹਰਟ ਕਿਲੇ ਦੀ ਬੈਕ ਸਾਈਡ ਤੇ 1901 'ਚ ਬਣੀ ਸੀ 4 ਅਪ੍ਰੈਲ ਨੂੰ। ਉਸ ਜਗ੍ਹਾ 'ਤੇ ਇੱਕ ਮੀਨਾਰ ਉਹਨਾਂ ਨੇ ਬਣਾਇਆ, ਕੇਸਰੀ ਫਿਲਮ 'ਚ ਲਾਸਟ 'ਤੇ ਉਹ ਸੀਨ ਦਿਖਾਇਆ ਗਿਆ। ਉਸ ਮੀਨਾਰ 'ਤੇ 3 ਪਲੇਟਾਂ ਪੱਥਰ ਦੀਆਂ ਲੱਗੀਆਂ ਸੀ, ਇੰਗਲਿਸ਼, ਪੰਜਾਬੀ ਤੇ ਉਰਦੂ ਦੇ ਵਿੱਚ। ਤੇ ਪਠਾਨਾਂ ਨੇ ਉਹ ਵੀ ਪੁੱਟ ਕੇ ਲੈ ਗਏ ਵੀ ਸਿੱਖਾਂ ਦੀ ਹਿਸਟਰੀ ਖਤਮ ਹੋ ਜਾਏ ਫਿਊਚਰ ਵਾਸਤੇ। ਤੇ ਫਾਊਂਡੇਸ਼ਨ ਵਾਲ ਤੋਂ ਉਹਨਾਂ ਨੇ ਪੱਥਰ ਕਰਨੇ ਸ਼ੁਰੂ ਕਰ ਦਿੱਤੇ ਸੀ। ਸਾਰਾਗੜੀ ਦੇ ਕੰਮ 87 ਤੋਂ ਮੈਂ ਸ਼ੁਰੂ ਕੀਤਾ ਹੈ। ਸਾਰਾਗੜੀ ਫਾਊਂਡੇਸ਼ਨ ਬਣਾਈ ਉਹ ਸਕੂਲ ਲਾਈਫ 'ਚ ਹੀ। ਸਕੂਲ ਲਾਈਫ 'ਚ ਮੇਰੀ ਸਭ ਤੋਂ ਪਹਿਲੀ ਕਿਤਾਬ ਮੈਂ ਲਿਖੀ ਸੀ ਭਾਈ ਜੋਗਾ ਸਿੰਘ ਉੱਪਰ ਪਿਸ਼ਾਵਰ ਤੋਂ। ਉਸ ਟਾਈਮ ਮੈਂ ਸ਼ਾਇਦ 11ਵੀਂ 'ਚ ਹੋਵਾਂਗਾ, +1 'ਚ ਉਸ ਸਮੇਂ ਦੀ। ਤੇ ਸਾਰਾਗੜੀ ਦਾ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸੀ, ਇੱਕ ਯਾਦਗਾਰ 1901 'ਚ ਬਣਿਆ, ਇੱਕ ਫਿਰੋਜ਼ਪੁਰ 1904 'ਚ ਬਣਿਆ। ਅੰਮ੍ਰਿਤਸਰ ਗੁਰਦੁਆਰੇ 'ਚ ਰੌਣਕ ਨਹੀਂ ਹੁੰਦੀ, ਬੰਦ ਹੁੰਦਾ ਸੀ। ਮੈਂ ਉੱਥੇ ਕਰਾਟੇ ਕਲਾਸਿਸ ਸ਼ੁਰੂ ਕੀਤੀਆਂ। ਕਰਾਟੇ ਬਾਰੇ ਮੈਂ ਦੱਸ ਦੇਣਾ, ਮੈਂ ਵਰਲਡ ਦਾ ਫਸਟ ਅੰਮ੍ਰਿਤਧਾਰੀ ਸਿੱਖ ਕੋਚ ਹਾਂ, 5th ਡਿਗਰੀ ਬਲੈਕ ਬੈਲਟ ਜਾਪਾਨ ਤੋਂ। ਤੇ ਇੰਡੀਆ ਦੀ ਕਰਾਟੇ ਫੈਡਰੇਸ਼ਨ ਦਾ ਮੈਂ ਪਿਛਲੇ 35 ਸਾਲ ਤੋਂ ਪ੍ਰੈਜ਼ੀਡੈਂਟ ਹਾਂ। ਤੇ ਇੱਥੇ ਤਕਰੀਬਨ 18-20 ਹਜ਼ਾਰ ਸਟੂਡੈਂਟ ਆ ਪੂਰੇ ਇੰਡੀਆ 'ਚ। ਮੇਰੇ ਕੋਲ 18 ਸਟੇਟਾਂ 'ਚ ਕਲਾਸਿਸ ਚੱਲਦੀਆਂ ਤੇ ਅਮਰੀਕਾ 'ਚ ਹਜ਼ਾਰਾਂ ਸਟੂਡੈਂਟਸ ਤਿਆਰ ਕੀਤੇ। ਤੇ ਵਰਲਡ ਦੀ ਜਿਹੜੀ ਬਾਡੀ ਬਣੀ ਆ ਉਹ 'ਚ ਚੀਨੀ ਜ਼ਬਾਨੀਆਂ ਤੋਂ ਬਿਨਾਂ ਇੱਕੋ ਦਸਤਾਰਧਾਰੀ ਸਿੱਖ ਹੁੰਦਾ। ਅਮਰੀਕਾ ਦੇ ਵਿੱਚ ਨਿਊਯਾਰਕ ਸਿਟੀ 'ਚ ਇੱਕ ਮੈਰਾਥਨ ਰੇਸ ਹੁੰਦੀ ਹੈ, ਉਹ ਪਿਛਲੇ 22 ਸਾਲ ਤੋਂ ਅਸੀਂ ਦੌੜ ਰਹੇ ਹਾਂ। 100 ਮੁਲਕਾਂ ਦਾ 1.5 ਲੱਖ ਦੇ ਕਰੀਬ ਐਥਲੀਟ ਦੌੜਦਾ ਤੇ ਉਹ 6 ਇਨ ਅਮਰੀਕਾ ਆਰਗੇਨਾਈਜੇਸ਼ਨ ਬਣਾ ਕੇ ਅਸੀਂ 22 ਸਾਲ ਤੋਂ ਰੇਸ ਰਨ ਕਰ ਰਹੇ। ਕੇਸਰੀ ਦਸਤਾਰ ਲਿਖਿਆ ਹੁੰਦਾ ਪਿੱਛੇ ਟੀ-ਸ਼ਰਟ ਤੇ, ਪ੍ਰਾਊਡ ਟੂ ਬੀ ਸਿੱਖ। ਤੇ ਪਿਛਲੇ 8 ਸਾਲ ਤੋਂ ਅਸੀਂ ਆਪਣੀਆਂ ਰੇਸਾਂ ਵੀ ਆਰਗੇਨਾਈਜ਼ ਕਰ ਰਹੇ 5K ਰਨ ਪੂਰੇ ਅਮਰੀਕਾ 'ਚ। ਤੇ ਹਰ ਗੁਰਦੁਆਰੇ 'ਚ ਕੈਂਪ ਲਾਉਣਾ ਮੈਂ ਸ਼ੁਰੂ ਕੀਤਾ 98 ਤੋਂ, ਹਰ ਜਗ੍ਹਾ ਲੱਗਦਾ। ਨਾਰਥ ਅਮਰੀਕਾ 'ਚ ਸਭ ਤੋਂ ਪਹਿਲੇ ਸਿੱਖ ਗੇਮਸ ਮੈਂ ਸਟਾਰਟ ਕੀਤੀਆਂ ਸੀ 2004 'ਚ। ਹੁਣ ਹਰ ਜਗ੍ਹਾ ਸਿੱਖ ਗੇਮਸ ਹੁੰਦੀਆਂ ਉੱਥੇ, ਨਿਊ ਜਰਸੀ ਸਾਰੇ ਕਿਤੇ। ਇੱਕ ਵਾਰੀ ਸ਼ੁਰੂਆਤ ਕੀਤੀ, ਹੁਣ ਹਰ ਜਗ੍ਹਾ ਹਰ ਕੋਈ ਕਰ ਰਿਹਾ। ਹੁਣ ਵਾਪਸ ਆ ਜੀ ਅਸੀਂ ਸਾਰਾਗੜੀ ਤੇ। ਉਹ ਜਿਹੜਾ ਮੀਨਾਰ ਬਣਿਆ ਸੀ ਲੌਕਹਰਟ ਕਿਲੇ ਦੀ ਬੈਕ ਸਾਈਡ 'ਤੇ, ਉੱਥੇ 2017 ਦੇ ਸ਼ੁਰੂ ਦੇ ਵਿੱਚ ਮੈਂ ਉੱਥੋਂ ਦੀ ਸੋਰਸ ਆਪਣੇ ਕ੍ਰੀਏਟ ਕੀਤੇ, ਉਹਨਾਂ ਨੂੰ ਭੇਜਿਆ ਵੀ ਇੱਥੇ ਕੀ ਚੀਜ਼ ਬਣੀ ਹੋਈ ਹੈ। ਉਹ ਫੋਟੋਗ੍ਰਾਫ ਸਭ ਕੁਝ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਪਲੇਟਾਂ ਦੁਬਾਰਾ ਇੰਸਟਾਲ ਕਰਵਾਈਆਂ, 3 ਪੱਥਰ ਦੀਆਂ ਪਲੇਟਾਂ ਦੁਬਾਰਾ ਲਾਈਆਂ, ਮੈਮੋਰੀਅਲ ਦੀ ਰਿਪੇਅਰ ਕਰਵਾਈ ਤੇ ਚੌਥੀ ਸਾਈਡ ਤੇ ਉਹਨਾਂ ਨੇ ਸਾਡੀ ਪਲੇਟ ਲਾ ਦਿੱਤੀ ਆ। ਤੇ ਸਾਈਡ ਮੇਨਟੇਨ ਬਾਈ ਸਾਰਾਗੜੀ ਫਾਊਂਡੇਸ਼ਨ ਤੇ ਦਾਸ ਦਾ ਨਾਮ ਲਿਖਿਆ ਆ। ਫਿਰ ਫਿਊਚਰ ਸੋਚਿਆ ਵੀ ਅੱਜ ਸਾਡੇ ਸੋਰਸ ਉੱਥੇ ਲਿੰਕ ਹੈਗੇ, ਉਹਨਾਂ ਦੀ ਆਰਮੀ 'ਚ ਕੰਮ ਕੀਤਾ, ਪਰ ਕੱਲ੍ਹ ਨੂੰ ਜਦੋਂ ਕੋਈ ਬਦਲ ਗਏ ਫਿਰ ਇਹਨੂੰ ਢਾਹ ਦੇਣਗੇ। ਉਸ ਨੂੰ ਲੈਂਦੇ ਹੋਏ ਮੈਂ 90 ਬਾਏ 45-50 ਫੁੱਟ ਦੇ ਕਰੀਬ ਉਹਨਾਂ ਕੋਲੋਂ ਪਹਾੜੀ ਦੀ ਜਗ੍ਹਾ ਲੈ ਲਈ। ਉਹਨਾਂ ਨੇ ਕਿਹਾ ਅਸੀਂ ਇੱਥੇ ਸਾਰਾਗੜੀ ਪਾਰਕ ਬਣਾਉਣਾ ਤੇ ਉਸ ਜਗ੍ਹਾ 'ਤੇ 6 ਫੁੱਟ ਉੱਚੀ 4 ਦੀਵਾਰੀ ਕਰ ਦਿੱਤੀ ਹੈ, 8.5 ਫੁੱਟ ਵੱਡਾ ਗੇਟ ਲੱਗ ਰਿਹਾ। ਹੁਣ 80% ਕੰਮ ਹੋ ਚੁੱਕਾ ਪਾਰਕ ਦਾ। 200-250 ਪੱਥਰ ਦੀ ਟਰਾਲੀ ਪਾ ਕੇ ਉਸ ਪਹਾੜ ਨੂੰ ਲੈਵਲ ਕੀਤਾ ਤੇ ਹੁਣ ਉੱਥੇ ਘਾਹ ਫੁੱਲ ਬੂਟੇ ਲਾ ਕੇ ਸਾਰਾਗੜੀ ਪਾਰਕ ਬਣੇਗੀ। ਅੰਦਰ ਇੱਕ ਮਿਊਜ਼ੀਅਮ ਵੀ ਅਸੀਂ ਸਾਰਾਗੜੀ ਦਾ ਬਣਾ ਰਹੇ ਹਾਂ, 10 ਬਾਏ 10 ਫੁੱਟ ਦਾ ਰੂਮ ਬਣੇਗਾ ਤੇ ਉਹ ਹੋ ਸਕਦਾ ਅਗਲੇ ਸਾਲ ਦੇ 125 ਸਾਲ ਤੋਂ ਪਹਿਲੇ ਉਹ ਪੂਰਾ ਬਣ ਜੇ। ਬੇਸ ਜਿਹੜਾ ਹੈਗਾ
ਹੰਗੂ ਹੈਗਾ, ਹੰਗੂ ਤੋਂ 43 ਕਿਲੋਮੀਟਰ ਉੱਪਰ ਇਹ ਪਹਾੜੀ ਹੁੰਦੀ ਸਮਾਨਾ ਰੇਂਜ ਦੇ ਉੱਪਰ। ਸਾਰਾਗੜ੍ਹ ਨਾਂ ਦਾ ਇੱਕ ਪਿੰਡ ਹੈਗਾ, ਤਾਂ ਹੀ ਚੌਂਕੀ ਦਾ ਨਾਂ ਸਾਰਾਗੜ੍ਹੀ ਪੋਸਟ ਸੀ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਅਸੀਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ। 2 ਹਫ਼ਤੇ ਪਹਿਲੇ ਹੀ ਉਹਦੇ ਲੈਂਟਰ ਦੀ ਤਿਆਰੀ ਹੋ ਗਈ ਹੈ ਤੇ ਇਹ ਮਹੀਨੇ ਦੇ ਐਂਡ ਤੱਕ ਬਣ ਜਾਏਗਾ ਤੇ ਉਮੀਦ ਹੈ ਸਤੰਬਰ ਤੱਕ ਸਾਰਾਗੜ੍ਹੀ ਗੁਰਦੁਆਰਾ ਖੁੱਲ ਜਾਏਗਾ। ਪਹਿਲਾ ਗੁਰਦੁਆਰਾ ਨਾਰਥ ਵੈਸਟ ਫਰੰਟੀਅਰ ਦਰਾ ਖੈਬਰ ਦੇ ਕੋਲ ਹੀ, ਜ਼ਿਆਦਾ ਦੂਰ ਨਹੀਂ ਹੈ, ਉਹ ਅਸੀਂ ਬਣਾ ਦੇ। 1999 ਚ 300 ਸਾਲਾਂ ਤੇ ਜੋ ਅਨੰਦਪੁਰ ਸਾਹਿਬ ਉਹਨਾਂ ਨੇ ਖੰਡੇ ਦੀ ਪੋਲ ਦਾ ਖੰਡਾ ਤਿਆਰ ਕੀਤਾ ਸੀ ਵੱਡਾ, ਉੱਥੇ ਜਾ ਕੇ ਉਹਦੀ ਮੈਂ ਫੋਟੋ ਖਿੱਚ ਕੇ ਉਹਦੀ ਰੈਪਲੀਕਾ ਤਿਆਰ ਕੀਤੀ ਹੈ 10 ਤੋਂ 12 ਫੁੱਟ ਦੇ ਕਰੀਬ। ਸੇਮ ਉਹ ਪਹਾੜੀ ਦੇ ਅਸੀਂ ਲਾ ਰਹੇ ਹਾਂ, ਉਹ ਅਗਲੇ ਸਾਲ 125 ਤੇ ਲੱਗ ਜਾਏਗੀ। ਵੀ ਦੂਰੋਂ ਹੀ ਪਹਾੜੀਆਂ ਤੋਂ ਉਹ ਚਮਕੇਗਾ, ਸਟੀਲ ਦਾ ਬਣਿਆ, ਦੋਨੋਂ ਸਾਈਡਾਂ ਤੇ ਇੱਕ ਓਮਕਾਰ ਗੋਲਡਨ ਦਾ ਮੈਂ ਬਣਵਾ ਕੇ ਲਾਇਆ ਤੇ ਉਹ ਦੂਰੋਂ ਹੀ ਸਾਡੇ ਖਾਲਸੇ ਦੇ ਨਿਸ਼ਾਨ ਨਜ਼ਰ ਆਉਣਗੇ ਸਾਰਿਆਂ ਨੂੰ ਵੀ ਅੱਜ ਵੀ ਕਹਿਣ। ਇਹ ਛੋਟਾ ਜਿਹਾ ਕੰਮ ਕੀਤਾ। ਫਿਰ 21 ਪਰਿਵਾਰਾਂ ਨੂੰ ਲੱਭਿਆ ਸੀ 1996 ਦੇ ਵਿੱਚ। 21 ਚੋਂ 19 ਪਰਿਵਾਰ ਉਹ ਤੋਂ ਲੱਭੇ ਸੀ, 2 ਪਰਿਵਾਰ ਇਸ ਸਾਨੂੰ ਪਿਛਲੇ ਸਾਲ ਮਿਲੇ ਆ। ਤੇ ਜਿਹੜੇ ਲੌਕਹਾਰਟ ਕਿਲੇ ਦਾ ਅਸੀਂ ਲੈਫਟੀਨੈਂਟ ਕਰਨਲ ਜੌਨ ਹਾਰਟਨ ਉਹਦੀ ਫੈਮਿਲੀ ਪੈਰਿਸ 'ਚ ਲੱਭ ਲਈ ਹੈ ਤੇ ਗੁਲਿਸਤਾਨ ਕਿਲੇ ਦਾ ਆਸਟ੍ਰੇਲੀਆ 'ਚ ਮਿਲ ਗਈ ਹੈ। ਬ੍ਰਿਟਿਸ਼ ਆਰਮੀ ਨੂੰ 3 ਵਾਰੀ ਇੰਡੀਆ ਤੇ 2 ਵਾਰੀ ਅਮਰੀਕਾ ਬੁਲਾਇਆ, ਟੋਟਲ 5 ਵਾਰੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸਾਰਾਗੜ੍ਹੀ ਇਵੈਂਟਸ ਤੇ। UK ਦੀ ਰਾਇਲ ਮਿਲਟਰੀ ਅਕੈਡਮੀ ਹੈ ਜਿੱਥੋਂ ਸਾਰਾਗੜ੍ਹੀ ਦਾ ਕਮਾਂਡਿੰਗ ਅਫਸਰ ਉਸ ਸਮੇਂ ਲੜਾਈ ਦਾ ਟ੍ਰੇਨਿੰਗ ਲੈ ਕੇ ਆਇਆ ਸੀ, ਇਸ ਕਰਕੇ ਸਾਡਾ ਉਹਨਾਂ ਦੇ ਨਾਲ ਲਿੰਕ ਹੈਗਾ ਤੇ ਉਹ ਤਕਰੀਬਨ ਹਰ ਸਾਲ ਆ ਕੇ ਹੁਣ ਅਗਲੇ ਸਾਲ ਵੀ ਆ ਰਹੇ ਆ। ਇਸ ਸਾਲ ਸਾਰਾਗੜ੍ਹੀ ਦਾ ਬੁੱਤ UK 'ਚ ਲੱਗ ਰਿਹਾ, ਹਵਲਦਾਰ ਈਸ਼ਰ ਸਿੰਘ ਦਾ, ਉਹਦੀ ਸਾਰੀ ਖੋਜ ਵੀ ਉਹਨਾਂ ਨੇ 10 ਕੋਲੋਂ ਲਈ ਆ। ਕਾਉਂਸਲਰ ਭੁਪਿੰਦਰ ਸਿੰਘ ਉਹਦੀ ਓਪਨਿੰਗ ਕਰ ਰਹੇ ਆ 12 ਸਤੰਬਰ ਨੂੰ ਤੇ ਸਿੰਘ ਸਾਹਿਬ ਜੀ ਨੇ ਉਹਦਾ ਉਦਘਾਟਨ ਕਰਨਾ, ਅਕਾਲ ਤਖਤ ਸਾਹਿਬ ਉਹ ਨਾਲ ਜਾ ਰਹੇ ਸਾਡੇ। ਉਸ ਤੋਂ ਬਾਅਦ ਬ੍ਰਿਟਿਸ਼ ਆਰਮੀ ਦੇ ਵੀ ਡੈਲੀਗੇਸ਼ਨ ਅਸੀਂ ਫੰਕਸ਼ਨ ਰੱਖੇ। ਇਸ ਦੇ ਉੱਪਰ ਹੁਣ ਤੱਕ ਕਾਫੀ ਐਡੀਸ਼ਨ ਆ ਚੁੱਕੇ ਸਾਰਾਗੜ੍ਹੀ ਬੁੱਕ ਤੇ, ਇੰਗਲਿਸ਼, ਪੰਜਾਬੀ, ਹਿੰਦੀ ਤੇ ਪੰਜਾਬ ਸਰਕਾਰ ਨੂੰ ਮੈਂ ਕਾਫੀ ਵਾਰੀ ਕਿਹਾ ਸੀ। ਕੈਪਟਨ ਸਾਹਿਬ ਨੇ ਵੀ ਸਾਰਾਗੜ੍ਹੀ ਤੇ ਕਿਤਾਬ ਲਿਖੀ ਸੀ 2016 ਦੇ ਐਂਡ ਤੇ ਉਹਨਾਂ ਨੇ ਵੀ ਮੇਰੇ ਕੋਲੋਂ ਹੀ ਖੋਜ ਲਈ। ਉਹ ਕਿਤਾਬ 'ਚ 4 ਜਗ੍ਹਾ ਉਹਨਾਂ ਨੇ ਮੇਰਾ ਨਾਮ ਲਿਖਿਆ ਵੀ ਮੈਂ ਸਾਰੀ ਖੋਜ ਜੋਸਨ ਕੋਲੋਂ ਲੈ ਕੇ ਕਿਤਾਬ ਲਿਖੀ ਹੈ, ਪਰ ਉਹਨਾਂ ਨੇ ਵੀ ਵਾਅਦਾ ਪੂਰਾ ਨਹੀਂ ਕੀਤਾ। ਸਿੱਧੂ ਹੋਰਾਂ ਨੇ ਕੀਤਾ, ਮਨਪ੍ਰੀਤ ਬਾਦਲ ਨੇ 52 ਖੜੀਆਂ ਕੀਤੀਆਂ ਸੀ ਫਿਰੋਜ਼ਪੁਰ ਦੇ ਵਿੱਚ 2017 ਦੇ ਫੰਕਸ਼ਨ ਜੋ ਬ੍ਰਿਟਿਸ਼ ਆਰਮੀ ਨੇ ਲੈ ਕੇ ਆਇਆ ਸੀ ਵੀ 6 ਮਹੀਨੇ ਦੇ ਵਿੱਚ ਲੱਗੇਗਾ, ਪਰ ਹੋਇਆ ਕੁਛ ਨਹੀਂ। ਉਸ ਨੂੰ ਆਧਾਰ ਬਣਾਉਂਦੇ ਹੋਏ ਇਸ ਸਾਲ ਤੋਂ ਅਸੀਂ ਸਾਰਾਗੜ੍ਹੀ ਦਾ ਐਗਜ਼ਾਮ ਪੂਰੇ ਇੰਡੀਆ 'ਚ ਲੈ ਰਹੇ ਹਾਂ। ਆਸਟ੍ਰੇਲੀਆ ਬਾਹਰ ਵੀ ਹੈਗਾ ਪਰ ਇੰਡੀਆ 'ਚ ਪੂਰੇ ਐਗਜ਼ਾਮ ਆਏਗਾ ਇਸ 28 ਜੁਲਾਈ ਨੂੰ ਆਨਲਾਈਨ। ਉਹ 'ਚ ਜਿਹੜੇ ਬੱਚੇ ਫਸਟ, ਸੈਕੰਡ, ਥਰਡ ਹੋਣਗੇ ਹਰ ਡਿਸਟ੍ਰਿਕਟ 'ਚ ਇਕੱਠੇ ਕਰਕੇ ਤਕਰੀਬਨ 40 ਤੋਂ 50 ਜਿਹੜੇ ਮੇਨ ਕਰੀਮ ਬੱਚੇ ਹੋਣਗੇ। ਅੰਮ੍ਰਿਤਸਰ 'ਚ 4 ਅਗਸਤ ਨੂੰ ਅਸੀਂ ਇਵੈਂਟ ਰੱਖਿਆ ਗ੍ਰੈਂਡ ਫਾਈਨਲ। ਉਸ ਬੱਚਿਆਂ ਦਾ ਫਾਈਨਲ ਐਗਜ਼ਾਮ ਹੋਏਗਾ ਤੇ 21,000, 31,000, 51,000 ਕੈਸ਼ ਪ੍ਰਾਈਜ਼ ਤੇ ਆਉਣਗੇ, ਨਾਲ ਆਰਮੀ ਵਾਲੇ ਵੀ ਕਾਫੀ ਆ ਰਹੇ। ਉਸ ਨਾਲ ਇਹ ਹੋ ਗਿਆ ਸਿੱਖ ਇਤਿਹਾਸ ਜਿਹੜਾ ਬੱਚਿਆਂ ਤੱਕ ਜਾ ਸਕੇਗਾ ਜੇ ਅਸੀਂ ਕਿਤਾਬਾਂ 'ਚੋਂ ਸਿਲੇਬਸ ਕੱਢ ਦਿੱਤਾ। 1971 ਤੱਕ ਸਾਰਾਗੜ੍ਹੀ ਦਾ ਇਤਿਹਾਸ ਇੱਥੇ ਇੰਡੀਆ 'ਚ ਪੜ੍ਹਾਇਆ ਜਾਂਦਾ ਸੀ, ਪੋਲੀਟਿਕਸ ਦੇ ਥਰੂ ਉਹਨੂੰ ਖਤਮ ਕਰ ਦਿੱਤਾ ਗਿਆ। ਮੇਰੇ ਪ੍ਰੋਫੈਸਰ ਬਾਬਾ ਨੱਥਾ ਸਿੰਘ MA ਸੀ, ਉਹ ਅੰਮ੍ਰਿਤਸਰ 'ਚ ਪੜ੍ਹਾਉਂਦੇ ਹੁੰਦੇ ਸੀ, ਉਹਨਾਂ ਕੋਲੋਂ ਮੈਂ ਕਾਫੀ ਕੁਛ ਲਿਆ ਆਪਣੀ ਕਿਤਾਬ ਲਈ। ਸਾਰਾਗੜ੍ਹੀ ਤੋਂ ਬਿਨਾਂ ਹੁਣ ਅਸੀਂ ਭਾਈ ਮਰਦਾਨਾ ਜੀ ਦੀ ਗੱਲ ਕਰਦੇ ਹਾਂ। ਇਸ ਕਿਤਾਬ ਦਾ ਬਣਨ ਦਾ ਜਿਹੜਾ ਰੀਜਨ ਸੀ, 2018 ਦੇ ਸ਼ੁਰੂ ਦੇ ਵਿੱਚ ਇੱਕ ਮੈਸੇਜ ਫੇਸਬੁੱਕ ਤੇ ਪਿਆ ਸੀ, ਭਾਈ ਲਾਲ ਜੀ ਦੇ ਪੁੱਤਰ ਨੇ ਪਾਇਆ ਸੀ, ਨੀਮ ਲਾਲ, 18ਵੀਂ ਪੀੜ੍ਹੀ। ਉਹਨਾਂ ਨੇ ਕਿਹਾ ਫੇਸਬੁੱਕ ਤੇ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ 21 ਕੁਲਾਂ ਦਾ ਵਰਦਾਨ ਦਿੱਤਾ ਤੇ ਅਸੀਂ 18ਵੀਂ ਪੀੜ੍ਹੀ ਤੇ ਆ ਗਏ ਤੇ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ। ਸਾਡੇ ਨਾਮ ਤੇ ਦੁਨੀਆ 'ਚ ਬੜੀਆਂ ਸੰਸਥਾਵਾਂ ਬਣੀਆਂ, ਜਿੱਦਾਂ ਫਿਰੋਜ਼ਪੁਰ ਭੁੱਲਰ ਨੇ ਬਣਾਈ ਹੈ 16 ਕਰੋੜ ਲਾ ਕੇ ਉੱਥੇ ਭਵਨ ਬਣਾਇਆ, ਪਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਨਾ ਉਹ ਸੰਸਥਾ ਦੇ ਮੈਂਬਰ ਹੈਗੇ। ਕਹਿੰਦੇ ਸਾਨੂੰ ਕੋਈ ਰਿਕੋਗਨਾਈਜ਼ ਨਹੀਂ ਕਰਦਾ ਤੇ ਅਸੀਂ ਅਪੀਲ ਕਰਦੇ ਹਾਂ ਦੁਨੀਆ ਦੇ ਸਿੱਖਾਂ ਨੂੰ ਵੀ ਸਾਨੂੰ ਕੁਛ ਰਿਕੋਗਨਾਈਜ਼ ਕਰੋ ਵੀ ਅਸੀਂ ਉਹਨਾਂ ਦੀ ਕੁਲ 'ਚੋਂ ਹੈਗੇ। ਭਾਈ ਲਾਲ ਜੀ ਤਾਂ ਕਹਿੰਦੇ ਸਾਨੂੰ ਰਿਕੋਗਨਾਈਜ਼ ਕਰਦੇ ਸੀ, ਬਾਅਦ 'ਚ ਖਤਮ ਹੋ ਗਿਆ। ਭਾਈ ਲਾਲ ਜੀ ਨੇ ਕਾਫੀ ਸਾਲ ਕੀਰਤਨ ਕੀਤਾ, ਇੰਡੀਆ ਵੀ ਆਉਂਦੇ ਰਹੇ ਤੇ 2-3 ਵੀਕ ਮੈਂ ਵੇਟ ਕੀਤੀ ਵੀ ਦੁਨੀਆ ਦੇ ਬੜੇ ਅਮੀਰ ਸਿੱਖ ਕੋਈ ਕਾਲ ਕਰੇਗਾ, ਪਰ ਕਿਸੇ ਨੇ ਕੁਛ ਨਹੀਂ ਕੀਤਾ। ਫਿਰ 2 ਹਫ਼ਤਿਆਂ ਬਾਅਦ ਉਹਨਾਂ ਨੂੰ ਮੈਂ ਕਾਲ ਕੀਤੀ, ਪੁੱਛਿਆ, ਕਹਿੰਦੇ ਕਿਸੇ ਦੀ ਕਾਲ ਨਹੀਂ, ਸ਼ੁਕਰ ਹੈ ਇੱਕ ਫੋਨ ਆਇਆ। ਫਿਰ ਮੈਂ ਕੋਈ ਬਿਜ਼ਨਸਮੈਨ ਨਹੀਂ, ਸਿੰਪਲ ਜੋਬ ਕਰਦਾ। ਮੈਂ ਕਿਹਾ ਤੁਹਾਡੀ ਮੈਂ ਜਿੰਨੀ ਕੁ ਹੋ ਸਕੇ ਫਾਈਨੈਂਸ਼ੀਅਲ ਮਦਦ ਕਰ ਦਾਂਗਾ। ਬਹੁਤ ਗਰੀਬ ਪਰਿਵਾਰ ਆ, 4 ਕਮਰਿਆਂ ਦੇ ਘਰ 'ਚ ਜ਼ਮੀਨ 'ਤੇ ਸੌਂਦੇ ਸੀ 6 ਜਣੇ ਬੱਚਿਆਂ ਸਮੇਤ ਲਾਹੌਰ ਦੇ ਵਿੱਚ। ਉਹ ਕਹਿੰਦੇ ਜੀ ਸਾਡੀਆਂ 2 ਖਵਾਇਸ਼ਾਂ, ਇੱਕ ਤੇ ਸਾਨੂੰ ਰਿਕੋਗਨਾਈਜ਼ ਕਰੋ, ਕਿਸੇ ਸੰਸਥਾ ਦਾ ਸਿਰਫ ਮੈਂਬਰ ਹੀ ਬਣਾ ਦਿਓ ਭਾਈ ਮਰਦਾਨਾ ਜੀ ਦੀ ਕੋਈ ਬਣਾ ਕੇ। ਦੂਸਰਾ ਕੰਮ, ਜਦੋਂ ਨਨਕਾਣਾ ਸਾਹਿਬ ਕੀਰਤਨ ਕਰਨ ਜਾਂਦੇ ਸੀ ਤੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ
ਕਹਿੰਦੇ ਬਾਹਰ ਜਾ ਕੇ ਜੋੜੇ ਘਰ ਮੰਗਤਿਆਂ ਵਾਂਗ ਮੰਗੋ, ਜਿੱਦਾਂ ਭੰਡ ਮੰਗਦੇ ਹੁੰਦੇ, ਜਿੱਦਾਂ ਪੁਰਾਣੇ ਮਰਾਸੀ ਹੁੰਦੇ ਸੀ ਘਰਾਂ 'ਚ ਵਿਆਹ ਸ਼ਾਦੀ ਦੇ ਹੁੰਦੇ ਸੀ, ਉਹ ਪੁਰਾਣੀ ਰੀਤ ਦੇ ਹਿਸਾਬ ਨਾਲ। ਤੇ 2 ਦਿਨਾਂ ਦੇ ਵਿੱਚ ਹੀ ਮੈਂ ਇਹ ਸੰਸਥਾ ਬਣਾ ਦਿੱਤੀ, ਰਬਾਬੀ ਭਾਈ ਮਰਦਾਨਾ ਫਾਊਂਡੇਸ਼ਨ। ਉਹਨਾਂ ਨੂੰ ਮੇਰੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਤੇ ਹੁਣ ਲਗਾਤਾਰ ਪਿਛਲੇ 3 ਸਾਲ ਤੋਂ ਨਨਕਾਣਾ ਸਾਹਿਬ 'ਚ ਕੀਰਤਨ ਦਰਬਾਰ ਹੁੰਦਾ ਹੈ। ਪਾਕਿਸਤਾਨ ਦੇ ਵੱਡੇ ਵੱਡੇ ਰਾਗੀ ਜਥੇ ਬੁਲਾਈ ਦੇ ਸਿੰਘ ਤੋਂ ਸਿੰਧੀ ਵੀ ਪਰਿਵਾਰ ਆਉਂਦੇ ਆ, ਉਹ ਵੀ ਜਥਾ ਮੁਲਤਾਨ ਕਰਕੇ 6-7 ਜਥਿਆਂ ਦਾ ਕੀਰਤਨ ਦਰਬਾਰ ਹੁੰਦਾ। ਇਹ ਖੁਦ ਉੱਥੇ ਕੀਰਤਨ ਕਰਦੇ ਆ ਤੇ ਇਹਨਾਂ ਦੇ ਹੱਥੀਂ ਸਰੂਪੇ ਮੈਂ ਉਹ ਰਾਗੀ ਜਥਿਆਂ ਨੂੰ ਦਵਾਉਂਦਾ। ਇਹਨਾਂ ਦੀ ਇੰਪੋਰਟੈਂਸ ਬਣ ਗਈ। ਇਹ ਚੀਜ਼ ਨੂੰ ਵੇਖ ਕੇ SGPC ਨੇ ਇਹਨਾਂ ਦੀ ਪੈਨਸ਼ਨ ਲਾਤੀ 21,000, ਫਿਰ ਦਿੱਲੀ ਕਮੇਟੀ ਨੇ ਲਾਤੀ, ਇੱਥੋਂ ਡਬਲ ਪੈਸੇ ਹੋ ਜਾਂਦੇ ਪਾਕਿਸਤਾਨ ਕਰੰਸੀ। ਹੁਣ 84,000 ਰੁਪਈਆ ਉਹਨਾਂ ਨੂੰ ਮਹੀਨੇ ਦਾ ਘਰ ਬੈਠੇ ਮਿਲ ਰਿਹਾ। ਤੇ ਇੱਕ ਪਰਿਵਾਰ ਦੇ ਬੱਚੇ ਹਮਜ਼ਾ ਨੂੰ ਅਸੀਂ ਦੁਬਈ 'ਚ ਨੌਕਰੀ ਦਵਾਤੀ, ਹੁਣ 1.5 ਸਾਲ ਹੋ ਚੁੱਕਾ। ਮੇਰੇ ਵਾਕਫ ਸੀ ਓਬਰਾਏ, GSP ਓਬਰਾਏ, ਉਹਨਾਂ ਨੂੰ ਕਿਹਾ ਸੀ, ਉਹਨਾਂ ਦੀ ਫੈਕਟਰੀ 'ਚੋਂ ਜੋਬ ਕਰਦਾ ਪਿਆ, 60,000 ਰੁਪਈਆ ਮਹੀਨਾ ਤਨਖਾਹ। ਤੇ ਨੀਮ ਲਾਲ ਉਹਨਾਂ ਦੀਆਂ 2 ਕੁੜੀਆਂ, ਉਹਨਾਂ ਦਾ ਮੈਡੀਕਲ ਦਾ ਖਰਚਾ, ਡਾਕਟਰੀ ਦਾ ਸਾਡੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਕੈਨੇਡਾ ਤੋਂ, ਉਹਨਾਂ ਦੀ ਜ਼ਿੰਮੇਵਾਰੀ ਲਈ ਹੋਈ ਹੈ। ਜਿੰਨੀ ਕੋਸ਼ਿਸ਼ ਕਰਨੀ ਸੀ ਅਸੀਂ ਕਰਕੇ ਉਹ ਪਰਿਵਾਰ ਨੂੰ ਸੰਭਾਲ ਲਿਆ। ਉਸ ਤੋਂ ਬਾਅਦ ਉਹਨਾਂ ਤੋਂ ਕਾਫੀ ਮੈਨੂੰ ਖਜ਼ਾਨਾ ਮਿਲਿਆ, ਗੱਲਾਂ ਬਾਤਾਂ ਨੀਮ ਲਾਲ ਜੀ ਦੀਆਂ ਪੁਰਾਤਨ ਪੀੜ੍ਹੀਆਂ ਦਾ। ਫਿਰ ਉਹ ਸੋਚਿਆ ਵੀ ਭਾਈ ਮਰਦਾਨਾ ਜੀ ਦਾ ਇਤਿਹਾਸ ਬਹੁਤ ਥੋੜ੍ਹਾ ਜਿਹਾ ਮਿਲਦਾ ਲਿਖਤ ਦੇ ਵਿੱਚ, ਹਿਸਟੋਰੀਕਲ ਚਾਹੇ 1-2 ਚੈਪਟਰ ਮਿਲ ਜਾਣਗੇ, ਬਾਕੀ ਹੋਰ ਚੀਜ਼ਾਂ ਆਉਂਦੀਆਂ। ਫਿਰ ਕੋਸ਼ਿਸ਼ ਕਰਕੇ ਪੁਰਾਤਨ 30-32 ਦੇ ਕਰੀਬ ਜਿੰਨੇ ਸਾਡੇ ਰਬਾਬੀ ਹੋਏ ਆ ਉਹਦੇ ਬਾਰੇ ਮੈਂ ਤੁਹਾਨੂੰ ਛੋਟਾ ਜਿਹਾ ਦੱਸ ਦੇਣਾ। ਅੰਮ੍ਰਿਤਸਰ 'ਚ ਪਾਰਟੀਸ਼ਨ ਤੋਂ ਪਹਿਲੇ 15 ਰਾਗੀ ਜਿੱਥੇ ਕੀਰਤਨ ਕਰਦੇ ਸੀ। ਅੰਮ੍ਰਿਤ ਵੇਲੇ ਤੋਂ ਦੁਪਹਿਰ ਤੱਕ 8 ਸਿੱਖਾਂ ਦੇ ਜਥੇ ਆਉਂਦੇ ਸੀ, ਜਿਨ੍ਹਾਂ ਜਾਸਰੀਵਾਲ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹਨਾਂ ਨੇ 72 ਸਾਲ ਕੀਰਤਨ ਕੀਤਾ, ਪਹਿਲੇ ਰਬਾਬ ਤੇ ਫਿਰ ਸਰੰਦੇ ਨਾਲ। ਛੋਟਾ ਸਮਾਂ ਨਹੀਂ, 72 ਸਾਲ ਤੱਕ ਉਹ ਕਰਦੇ ਰਹੇ। ਤੇ ਉਸ ਤੋਂ ਬਿਨਾਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 7 ਮੁਸਲਮਾਨ ਤੇ ਹਿੰਦੂਆਂ ਦੇ ਜਥੇ ਹੁੰਦੇ ਸੀ, ਜਿਹੜੇ ਰਬਾਬੀ ਉੱਥੇ ਕੀਰਤਨ। ਅੰਮ੍ਰਿਤਸਰ 'ਚ ਇੱਕ ਰਬਾਬੀਆਂ ਵਾਲੀ ਗਲੀ ਵੀ ਹੈਗੀ ਆ, ਅਜੇ ਵੀ ਅੱਜ ਵੀ ਮੌਜੂਦ ਹੈ। ਤੇ ਭਾਈ ਸੰਤ ਮਸਕੀਨ ਸਿੰਘ ਜੀ ਨੇ ਆਪਣੀ ਕਥਾ 'ਚ ਇੱਕ ਰਾਗੀ ਦਾ ਜ਼ਿਕਰ ਕੀਤਾ ਰਬਾਬੀ ਦਾ, ਉਸ ਦਾ ਨਾਮ ਹੈਗਾ ਭਾਈ ਚਾਂਦ ਜੀ। ਭਾਈ ਚਾਂਦ ਜੀ ਮੁਸਲਮਾਨ ਸੀ, 27 ਸਾਲ ਤੱਕ ਉਹਨਾਂ ਨੇ ਦਰਬਾਰ ਸਾਹਿਬ ਕੀਰਤਨ ਕੀਤਾ। ਤੇ ਆਖਰੀ ਸਮੇਂ ਫਿਰ ਜਦੋਂ SGPC ਨੇ ਮਤਾ ਪਾਸ ਕੀਤਾ, ਉਸ ਮਤੇ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ, ਕਿਉਂਕਿ ਉਹਨਾਂ ਨੇ ਕੀਰਤਨ ਕਰਨ ਦੀ ਪਾਬੰਦੀ ਲਾਤੀ ਸੀ ਵੀ ਇਸ ਜਗ੍ਹਾ ਤੇ ਅੱਜ ਤੋਂ ਬਾਅਦ ਸਾਬਤ ਸੂਰਤ ਸਿੱਖ ਤੋਂ ਬਾਅਦ ਹੋਰ ਕੋਈ ਵੀ ਕੀਰਤਨ ਨਹੀਂ ਕਰ ਸਕਦਾ। ਤੇ ਅਸੀਂ ਕੋਸ਼ਿਸ਼ ਕਰਕੇ ਉਹ ਸਾਰੇ ਪਰਿਵਾਰਾਂ ਨੂੰ ਲੱਭਿਆ ਤੇ ਭਾਈ ਚਾਂਦ ਜੀ ਦੀ ਪਹਿਲੀ ਦੁਰਲਭ ਤਸਵੀਰ ਇਸ ਕਿਤਾਬ 'ਚ ਹੈਗੀ, ਉਹ ਮੈਂ ਤੁਹਾਨੂੰ ਦਿਖਾਉਣਾ ਹਾਂ। ਉਹ ਬਿਲਕੁਲ ਸਿੱਖੀ ਸਰੂਪ 'ਚ ਹੈਗੇ। ਪਾਕਿਸਤਾਨ ਜਾਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਦਾ ਮਾਹੌਲ ਨਹੀਂ ਮਿਲਿਆ ਵੀ ਉਹ ਜਾ ਕੇ ਉੱਥੇ ਕੀਰਤਨ ਕਰ ਸਕਣ। ਤੇ ਆਖਰੀ ਸਮੇਂ ਉਹਨਾਂ ਨੇ ਆਤਮ ਹੱਤਿਆ ਕੀਤੀ, ਸੁਸਾਈਡ ਕੀਤੀ ਭਾਈ ਚਾਂਦ ਜੀ ਨੇ। ਤੇ ਉਹਨਾਂ ਦਾ ਸਾਰਾ ਅਸੀਂ ਇਤਿਹਾਸ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਜਿੰਨੇ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਪੁਰਾਤਨ ਰਾਗੀ ਹੋਏ ਆ, ਭਾਈ ਗੋਪਾਲ ਸਿੰਘ ਜੀ ਤੋਂ ਲੈ ਕੇ ਸੁਰਜਨ ਸਿੰਘ, ਸਾਰਿਆਂ ਦਾ ਜ਼ਿਕਰ ਅਸੀਂ ਇਹ 'ਚ ਕੀਤਾ ਆ। ਮੇਰੇ ਖਿਆਲ ਨਾਲ ਅੱਗੇ ਪਿੱਛੇ ਹੋ ਗਈ ਮੈਂ ਭਾਈ ਸਾਹਿਬ। ਇੱਕ ਭਾਈ ਸਧਾਰਨ ਜੀ ਹੋਏ ਗੁਰੂ ਨਾਨਕ ਸਾਹਿਬ ਜੀ ਵੇਲੇ, ਉਹਨਾਂ ਦੇ 2 ਸੇਵਕ ਸੀ, ਭਾਈ ਲਹਿਣਾ ਜੀ ਤੇ ਭਾਈ ਸਧਾਰਨ ਜੀ। ਭਾਈ ਲਹਿਣਾ ਜੀ ਨੂੰ ਗੱਦੀ ਮਿਲ ਗਈ, ਗੁਰੂ ਅੰਗਦ ਦੇਵ ਜੀ ਬਣ ਗਏ। ਤੇ ਭਾਈ ਸਧਾਰਨ ਜੀ ਜਿਹੜੇ ਸੀ, ਉਹਨਾਂ ਦੇ ਹੱਥੀਂ ਬੁਣੀਆਂ ਹੋਈਆਂ ਚੀਜ਼ਾਂ ਚੋਲਾ ਗੁਰੂ ਨਾਨਕ ਸਾਹਿਬ ਪਹਿਨਦੇ ਹੁੰਦੇ ਸੀ। ਤੇ ਜਿਹੜੀ ਆਖਰੀ ਚੱਦਰ ਜੋਤੀ ਜੋਤ ਸਮਾਉਣ ਵੇਲੇ ਸੀ, ਉਹ ਵੀ ਉਹਨਾਂ ਦੇ ਹੱਥ ਦੀ ਬਣੀ ਸੀ। ਅੱਜ ਕੱਲ੍ਹ ਜਿਹੜੇ ਰਾਗੀ ਹੈਗੇ ਰਬਾਬੀ, ਭਾਈ ਬਲਦੀਪ ਸਿੰਘ, ਉਹਨਾਂ ਦੀ ਵੰਸ਼ਜ ਹੈਗੇ, ਡਾਇਰੈਕਟ ਡਿਸੈਂਡੈਂਟ ਹੈ, ਜਿਨ੍ਹਾਂ ਨੇ ਪੁਰਾਤਨ ਜਿਹੜੇ ਸਾਜ਼ ਸੀ ਉਹਨਾਂ ਨੂੰ ਦੁਬਾਰਾ ਮੋਡੀਫਾਈ ਕਰਕੇ ਹੱਥੀਂ ਬਣਾ ਕੇ ਤੇ ਅੱਗੇ ਕੰਮ ਸ਼ੁਰੂ ਕੀਤਾ ਹੈ। ਦੂਸਰੇ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਇੱਕ ਭਾਈ ਚੂੜ ਜੀ ਹੋਏ, ਉਹਨਾਂ ਨੂੰ ਬਾਬਕ ਦੀ ਰਬਾਬ ਵੀ ਉਹਨਾਂ ਨੇ ਭੇਟ ਕੀਤੀ ਸੀ। ਉਹਨਾਂ ਦਾ ਪਰਿਵਾਰ ਹੁਸ਼ਿਆਰਪੁਰ ਦੇ ਗੁਰਬੋਦਲ ਪਿੰਡ 'ਚ ਆ। ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਲੱਭਿਆ ਤੇ ਉਹ ਜਿਹੜੀ ਪੁਰਾਤਨ ਰਬਾਬ ਅੱਜ ਵੀ ਉਹਨਾਂ ਦੇ ਕੋਲ ਪਈ ਹੈ। ਉਹ ਵੀ ਮੇਰੇ ਕੋਲ ਪਿਕਚਰ ਆ ਗਈ, ਪਰ ਉਹਨਾਂ ਨੇ ਕਿਹਾ ਸੀ ਅਜੇ ਨਹੀਂ ਦੇਣੀ, ਨੈਕਸਟ ਐਡੀਸ਼ਨ 'ਚ ਕਿਤਾਬ 'ਚ ਅਸੀਂ ਲਵਾਂਗੇ। ਦਿਲਬਾਗ ਗੁਲਬਾਗ ਘੋੜਿਆਂ ਵਾਂਗ ਕੀਰਤਨ ਕਰਦੇ ਸੀ, ਉਸੇ ਵੰਸ਼ 'ਚ ਹੋਏ। ਮਰਦਾਨਾ ਜੀ ਦੇ 3 ਬੱਚੇ ਹੋਏ ਸਨ, ਰਜਾਦਾ ਸਜਾਦਾ ਤੇ ਇੱਕ ਬੇਟੀ ਸੀ ਬੀਬੀ ਕਾਕੋ ਜੀ। ਅਸੀਂ ਉਹਨਾਂ ਦੀਆਂ ਤਕਰੀਬਨ 2 ਦੀਆਂ ਪੀੜ੍ਹੀਆਂ ਲੱਭ ਲਈਆਂ। ਤੀਸਰਾ ਜਿਹੜਾ ਬੱਚਾ ਸੀ ਉਹ ਅਫਗਾਨਿਸਤਾਨ ਦੇ ਖੁਰਮ ਏਰੀਏ ਦੇ ਪਰਲੇ ਪਾਸੇ, ਜਿੱਥੇ ਮਰਦਾਨਾ ਜੀ ਨੇ ਸਵਾਸ ਤਿਆਗੇ ਸਨ, ਉਸ ਜਗ੍ਹਾ ਦੇ ਇੱਕ ਯਾਦਗਾਰ ਅੱਜ ਵੀ ਮੌਜੂਦ ਆ ਤੇ ਉਹ ਪੀਰ ਸਦਵਾਂਦੀ ਹਨ। ਮੈਂ ਉੱਥੇ ਜਾਣਾ ਕਿਸੇ ਟਾਈਮ। ਉਸ ਜਗ੍ਹਾ ਦਾ ਰਹਿਣ ਵਾਲਾ ਇੱਕ ਅਫਗਾਨੀ ਮੈਨੂੰ ਮਿਲਿਆ ਸੀ,
2005 ਦੇ ਵਿੱਚ ਅਮਰੀਕਾ ਮੇਰੇ ਘਰ ਕਿਰਾਏ ਤੇ ਰਹਿਣ ਆਇਆ ਸੀ, ਤੇ ਉਹਨੇ ਉਹ ਜਗ੍ਹਾ ਦੇਖੀ, ਉਹਨੇ ਮੈਨੂੰ ਉਹਦੇ ਬਾਰੇ ਦੱਸਿਆ ਸੀ ਵੀ 17ਵੀਂ 18ਵੀਂ ਪੀੜ੍ਹੀ ਅੱਜ ਵੀ ਉੱਥੇ ਰਹਿੰਦੀ ਹੈ। ਮਰਦਾਨਾ ਜੀ ਦੀ ਯਾਦਗਾਰ ਬਣਾ ਕੇ ਬੜਾ ਵੱਡਾ ਡੇਰਾ ਚੱਲ ਰਿਹਾ ਉੱਥੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਉੱਥੇ ਜਾਵਾਂਗੇ। ਇਸ ਕਿਤਾਬ 'ਚ ਇੱਕ ਹੋਰ ਖਾਸੀਅਤ ਹੈ, ਗੁਰੂ ਨਾਨਕ ਸਾਹਿਬ ਦੇ ਸਮੇਂ ਮੱਕਾ ਮਦੀਨੇ ਦੀ ਯਾਤਰਾ ਦੀ ਇੱਕ ਲਿਖਤ ਮੈਨੂੰ ਮਿਲੀ ਸੀ, ਜਿਹੜੀ ਕਿ ਤਾਜੁਦੀਨ ਨਕਸ਼ਬੰਦੀ ਨੇ ਲਿਖੀ ਸੀ। 1511 ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਈਰਾਨ 'ਚ, ਲਗਾਤਾਰ 2.5 ਸਾਲ ਦੇ ਕਰੀਬ ਰਹਿ ਕੇ 1513 'ਚ ਉਹਨਾਂ ਨੇ ਮਦੀਨੇ ਦੇ ਮਦਰਸੇ 'ਚ ਬੈਠ ਕੇ ਹਜ਼ਰਤ ਮੁਹੰਮਦ ਦੀ ਉਹ ਕਿਤਾਬ ਨੂੰ ਫਾਈਨਲ ਲਿਖਿਆ। ਤਕਰੀਬਨ 1000 ਪੇਜ ਦੀ ਹੱਥ ਲਿਖਤ ਹੈਗੀ। ਉਹ ਕਿਉਂਕਿ 2.5 ਸਾਲ ਗੁਰੂ ਨਾਨਕ ਸਾਹਿਬ ਨਾਲ ਰਿਹਾ, ਸਵੇਰ ਤੋਂ ਸ਼ਾਮ ਤੱਕ ਜੋ ਕਰਦੇ ਸੀ ਅੱਖੀ ਡਿੱਠਾ ਹਾਲ ਰੋਜ਼ ਨਾਮਚੇ ਵਾਂਗ ਉਹ ਡੇਲੀ ਡਾਇਰੀ 'ਚ ਲਿਖਦਾ ਸੀ। ਉਹ ਓਰੀਜਨਲ ਖਰੜਾ ਅਰਬੀ ਭਾਸ਼ਾ 'ਚ ਉੱਥੇ ਪਿਆ। ਤੇ 1927 'ਚ ਇੱਕ ਸ਼ਖਸ ਮੁਸ਼ਤਾਕ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਸੀ, ਜਿਹੜਾ ਬਾਈ ਸਿੱਖ ਧਰਮ 'ਚ ਆ ਗਿਆ, ਉਹਦਾ ਨਾਮ ਬਣ ਗਿਆ ਸੀ ਬਾਅਦ 'ਚ ਸੰਤ ਭਾਈ ਸੈਯਦ ਪ੍ਰਿਥੀਪਾਲ ਸਿੰਘ। ਉਸਨੇ ਉਹ ਕਿਤਾਬ ਜਾ ਕੇ ਪੜ੍ਹੀ, ਉਸ ਦਾ ਉਤਾਰਾ ਕੀਤਾ, ਤੇ ਉਸ ਦਾ ਉਤਾਰਾ 300 ਪੇਜ ਦਾ ਕਰਕੇ ਹੱਥ ਲਿਖਤ ਉਹ ਬੜੇ ਸਿੱਖਾਂ ਕੋ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਆਏ, ਉਹ ਨਾਲ ਹੀ ਆਇਆ ਸੀ ਸਾਊਥ ਹਾਲ ਗੁਰਦੁਆਰੇ ਤੋਂ, ਪਰ ਕਿਸੇ ਵੀ ਸਿੱਖ ਨੇ ਉਸ ਸਮੇਂ ਉਸ ਕਿਤਾਬ ਨੂੰ ਛਪਾਇਆ ਨਹੀਂ, ਕਿਉਂਕਿ ਉਹ ਮੁਸਲਮਾਨ ਤੋਂ ਸਿੱਖ ਬਣਿਆ ਸੀ, ਕਦਰ ਨਹੀਂ ਪਾਈ ਉਹ। ਤੇ ਉਹ ਖਰੜਾ ਜਿਹੜਾ ਸੀ ਉਸ ਦੇ ਮੁੰਡੇ ਦੇ ਕੋਲ 95 ਸਾਲ ਦੀ ਉਮਰ ਹੈ, ਯੂਕੇ ਦੇ ਵਿੱਚ ਪਿਆ ਅੱਜ ਵੀ ਓਰੀਜਨਲ। ਉਸ ਦਾ ਨਾਮ ਆ ਮਹਿੰਦਰਪਾਲ ਸਿੰਘ ਬੇਦੀ, ਉਹਨਾਂ ਨੇ ਬਾਅਦ 'ਚ ਅਡਾਪਟ ਕੀਤਾ ਸੀ ਗੁਰੂ ਨਾਨਕ ਸਾਹਿਬ ਕਰਕੇ, ਬੇਦੀ ਵੰਸ਼ ਕਰ। ਉਸ ਦੀਆਂ ਮੈਂ ਫਿਰ ਥੋੜ੍ਹੀ ਕਾਪੀ ਮੰਗਾਈ, 30-40 ਪੇਜ ਅਸੀਂ ਇਸ ਕਿਤਾਬ 'ਚ ਦਿੱਤੇ ਵੀ ਗੁਰੂ ਨਾਨਕ ਦੇਵ ਜੀ ਕਿੱਦਾਂ ਯਰੂਸ਼ਲਮ ਗਏ, ਇਜ਼ਰਾਈਲ 'ਚ ਪਹਿਲੇ ਗਏ, ਮੱਕੇ ਨੂੰ ਕਿਸ ਤਰ੍ਹਾਂ ਕਮਾਇਆ, ਉਹ ਇੱਕ ਇੱਕ ਚੀਜ਼ ਸਟੈਪ ਬਾਈ ਸਟੈਪ ਇਹ 'ਚ ਦਿੱਤੀ, ਜੋ ਕਿ ਜਨਮ ਸਾਖੀਆਂ 'ਚ ਵੀ ਨਹੀਂ ਮਿਲਦੀ। ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਜਗ੍ਹਾ 'ਤੇ ਜਾ ਕੇ ਓਰੀਜਨਲ ਖਰੜੇ ਦੀ ਜਿਹੜੀ ਕਾਪੀ ਅਰਬੀ 'ਚ ਲਿਖੀ ਆ ਉਹਨੂੰ ਲਿਆਂਦਾ ਜਾਏ। ਤੇ ਉਹ ਬਾਬਾ ਮੈਮ ਜੀ ਹੋਰ ਲਈ ਸਾਡੀ ਹੈਲਪ ਕਰ ਰਹੇ ਨੇ, ਇਹਨਾਂ ਨੇ ਸੋਰਸ ਕ੍ਰੀਏਟ ਕੀਤੇ, ਸ਼ਾਇਦ ਉਹ ਸਾਨੂੰ ਮਿਲ ਜੇਗੀ ਬੜੀ ਜਲਦੀ। ਜੇ ਉਹ ਚੀਜ਼ ਆ ਜਾਏਗੀ, ਜਨਮ ਸਾਖੀਆਂ ਤੋਂ ਬਿਨਾਂ ਸਾਡੇ ਕੋਲ ਇੱਕ ਖਾਸ ਸਬੂਤ ਹੋਏਗਾ, ਪੁਖਤਾ ਪੁਰਾਤਨ ਜਿਹੜਾ ਖਰੜਾ ਹੋਏਗਾ, ਉਸ ਤੋਂ ਪਤਾ ਲੱਗੇਗਾ ਗੁਰੂ ਨਾਨਕ ਸਾਹਿਬ ਦਾ ਜੀਵਨ ਕਿੱਦਾਂ ਦਾ ਸੀ, ਰੋਜ਼ਮਰਾ ਦੇ ਵਿੱਚ ਉਹ ਕੀ ਕਰਦੇ ਸੀ, ਉਸ 'ਚ ਹਰ ਚੀਜ਼ ਲਿਖੀ ਹੋਈ, ਤੇ ਉਹ ਬੜੀ ਵੱਡੀ ਸਾਡੇ ਲਈ ਗੱਲ ਹੋਏਗੀ। ਉਹਦਾ ਮੈਂ ਡਾਇਰੈਕਟ ਕੋਸ਼ਿਸ਼ ਕਰਕੇ ਉੱਥੋਂ ਦੇ ਮਦਰਸੇ ਨੂੰ ਲੱਭਿਆ, ਉੱਥੇ 15 ਲਾਇਬ੍ਰੇਰੀਆਂ ਸੀ, ਉਹਨਾਂ 'ਚੋਂ ਇੱਕ ਦੀ ਖੋਜ ਕਰਕੇ ਪੁਰਾਤਨ ਉੱਥੇ ਤੱਕ ਪੁੱਜਾ, ਉਹਨਾਂ ਨਾਲ ਕੋਰਸਪੋਂਡੈਂਸ ਕੀਤੀ। ਉਹ ਕਹਿੰਦੇ ਹੈਗਾ ਜ਼ਰੂਰ ਆ, ਪਰ ਉਹ ਦਿੰਦੇ ਨਹੀਂ ਪਏ, ਉਹ ਟਾਲ ਮਟੋਲ ਕਰੀ ਜਾ ਰਹੇ, ਕਹਿੰਦੇ ਅਸੀਂ ਲੱਭਾਂਗੇ ਫੇਰ ਦੇਵਾਂਗੇ, ਜਾਂ ਇੰਗਲਿਸ਼ 'ਚ ਹੀ ਦੇ ਦੇਣੇ। ਮੈਂ ਕਹਿੰਦੀ ਮੈਨੂੰ ਅਸਲ ਦੀ ਕਾਪੀ ਚਾਹੀਦੀ ਹੈ। ਦੇਖੋ ਜੇ ਗੁਰੂ ਨਾਨਕ ਸਾਹਿਬ ਨੇ ਚਾਹਿਆ ਤੇ ਸਾਡੇ ਕੋਲ ਆ ਜਾਏਗੀ ਚੀਜ਼, ਤੇ ਉਹ ਫਿਰ ਅਸੀਂ ਇੱਥੇ ਲੈ ਲਾਂਗੇ, ਸਭ ਨੂੰ ਦੇ ਦਾਂਗੇ ਉਹਦੀਆਂ ਕਾਪੀਆਂ। ਬਸ ਇਹੀ ਛੋਟਾ ਜਿਹਾ ਉਪਰਾਲਾ ਕੀਤਾ ਜੀ। ਇਸ ਤੋਂ ਬਿਨਾਂ ਹੋਰ ਸੰਸਥਾਵਾਂ ਉੱਥੇ ਅਸੀਂ ਕਾਫੀ ਚਲਾਉਂਦੇ, ਸਿੱਖਸ ਇਨ ਅਮਰੀਕਾ ਦੱਸਿਆ, ਤੇ ਇੱਕ ਸਾਂਝਾ ਪੰਜਾਬ ਬਣਾਇਆ ਇੰਡੋ ਪਾਕ, ਪਾਕਿਸਤਾਨ ਤੇ ਇੰਡੀਆ ਦੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਲਈ ਅਸੀਂ ਇੱਕ ਸੰਸਥਾ ਬਣਾਈ ਹੈ। ਪਾਕਿਸਤਾਨ ਤੇ ਇੰਡੀਆ ਦੇ ਡਾਇਰੈਕਟਰਸ ਲੈ ਕੇ ਉੱਥੇ ਅਸੀਂ ਕੰਮ ਕਰਦੇ ਹਾਂ, ਕਲਚਰ ਪ੍ਰੋਗਰਾਮ ਹੁੰਦੇ ਆ, ਬੱਚਿਆਂ ਦੇ ਮੁਕਾਬਲੇ ਕਰਾਈ ਦੇ, ਲਿਖਤੀ ਪੰਜਾਬੀ ਤੇ ਸ਼ਾਹਮੁਖੀ ਦੋਨਾਂ ਨੂੰ ਲੈ ਕੇ ਅਸੀਂ ਚਲਾ ਰਹੇ ਹਾਂ। ਤੇ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਸੰਪਰਕ ਕੀਤਾ ਸੀ ਪਾਕਿਸਤਾਨ ਦੀ ਐਜੂਕੇਸ਼ਨ ਵਾਲਿਆਂ ਨੇ, ਤੇ ਇਹ ਕਿਤਾਬ ਉੱਥੇ ਸਕੂਲਾਂ 'ਚ ਲੱਗ ਰਹੀ ਹੈ। ਪਰ ਹਾਂਜੀ, ਉਸ ਤੋਂ ਬਾਅਦ ਇਸ ਕਿਤਾਬ ਦੇ ਉੱਤੇ ਪਾਕਿਸਤਾਨ ਦੇ ਵਿੱਚ ਪੇਪਰ ਹੋਇਆ ਕਰਨਗੇ, ਪਰ ਉਹਨਾਂ ਨੂੰ ਉਸ ਚੈਪਟਰ 'ਤੇ ਇਤਰਾਜ਼ ਸੀ ਮੱਕੇ ਮਦੀਨੇ ਵਾਲੇ 'ਤੇ, ਕਿਉਂਕਿ ਉਹ ਅੱਜ ਵੀ ਨਹੀਂ ਅਜੇ ਉਹ ਇਸ ਚੀਜ਼ ਨੂੰ ਮੰਨਦੇ ਵੀ ਗੁਰੂ ਨਾਨਕ ਸਾਹਿਬ ਨੇ ਸਾਡਾ ਮੱਕਾ ਕਮਾਤਾ। ਤੇ ਉਹ ਮੈਂ ਕਿਹਾ ਠੀਕ ਹੈ, ਫਿਲਹਾਲ ਤੁਸੀਂ ਇਸ ਚੈਪਟਰ ਨੂੰ ਅਲੱਗ ਕਰ ਦਿਓ, ਪਰ ਜੋ ਲਿਖਤ ਹੈ ਉਹ ਸੱਚਾਈ ਹੈ, ਬਾਕੀ ਕਿਤਾਬ ਉਹ ਲਾ ਰਹੇ ਉਸ ਚੈਪਟਰ ਤੋਂ ਬਿਨਾਂ। ਬਾਕੀ ਮਾਰਸ਼ਲ ਆਰਟ ਦਾ ਤੁਹਾਨੂੰ ਦੱਸ ਦਿੱਤਾ, ਰੇਸਾਂ ਦਾ ਵੀ ਦੱਸ ਦਿੱਤਾ, ਉੱਥੇ ਅਸੀਂ ਰੇਸਾਂ ਆਪ ਔਰਗੇਨਾਈਜ਼ ਕਰਦੇ ਹਾਂ, ਖੁਦ ਅਸੀਂ ਦੌੜਦੇ ਹਾਂ। ਤੇ ਇਸ ਤੋਂ ਬਿਨਾਂ ਹੇਮਕੁੰਟ ਸਾਹਿਬ ਬਾਰੇ ਵੀ ਜਿਹੜੇ ਗਏ ਹੋਣਗੇ ਉਹਨਾਂ ਨੂੰ ਪਤਾ ਹੈਗਾ, 7 ਚੋਟੀਆਂ ਹੈਗੀਆਂ ਗੁਰਦੁਆਰਾ ਸਾਹਿਬ ਤੋਂ ਉੱਪਰ। 88 ਦੇ ਵਿੱਚ ਸਭ ਤੋਂ ਇੱਕੋ ਇੱਕ ਅੰਮ੍ਰਿਤਸਰ ਤੋਂ ਇੱਕ ਯਾਤਰਾ, ਸਾਈਕਲ ਯਾਤਰਾ ਨਿਕਲੀ ਸੀ ਹੇਮਕੁੰਟ ਸਾਹਿਬ ਦੀ, ਉਸ ਤੋਂ ਬਾਅਦ ਕੋਈ ਨਹੀਂ ਨਿਕਲੀ। ਮੋਟਰਸਾਈਕਲਾਂ ਦੇ ਲੋਕੀ ਜਾਂਦੇ, ਪਰ ਸਾਈਕਲਾਂ ਦੀ ਇੱਕੋ ਸੀ। 13 ਸਟੂਡੈਂਟ ਲੈ ਕੇ ਮੈਂ ਆਪਣਾ ਉੱਥੇ ਗਿਆ ਸੀ 88 'ਚ। ਉਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕੀਤੀ ਨਿਸ਼ਾਨ ਸਾਹਿਬ ਚਲਾਉਣ ਦੀ, 88 ਤੋਂ ਲੈ ਕੇ 97 ਤੱਕ 7 ਚੋਟੀਆਂ ਦੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਵੀ ਮੈਂ ਕਰਦਾ ਰਿਹਾ। ਤੇ 2 ਜੱਥੇ ਹੁੰਦੇ ਸੀ, ਇੱਕ ਮਹਿਤੇ ਚੌਂਕ ਤੋਂ ਅੱਜ ਵੀ ਸ਼ੇਰ ਸਿੰਘ ਜੀ ਦਾ ਜੱਥਾ ਉਹ ਕਰ ਰਿਹਾ, ਹੁਣ ਬਜ਼ੁਰਗ ਹੋ ਗਿਆ, ਉਹਨਾਂ ਦੇ 25 ਫਾਲੋਵਰ ਜਿਹੜੇ ਉਹ ਜਾ ਕੇ 7 ਚੋਟੀਆਂ ਦੇ ਨਿਸ਼ਾਨ ਸਾਹਿਬ ਚਲਾਉਂਦੇ ਆ। ਕਾਗਪਸੰਡ ਇੱਕ ਜਗ੍ਹਾ ਗੁਰੂ ਨਾਨਕ ਸਾਹਿਬ ਉੱਥੇ ਵੀ ਗਏ ਸੀ ਅਸੀਂ, ਉਹਦੇ ਬਾਰੇ ਵੀ ਆਪਣੀ ਕਿਤਾਬ 'ਚ ਲਿਖਿਆ। ਹੇਮਕੁੰਟ ਸਾਹਿਬ ਦੀ ਕਿਤਾਬ ਉਹ ਇਸ ਟਾਈਮ ਮੈਂ ਨਹੀਂ ਲਿਆ ਸਕਿਆ, ਉਹ 91 'ਚ ਛਪੀ ਸੀ, ਅਗਲਾ ਐਡੀਸ਼ਨ ਆਏਗਾ ਫਿਰ ਅਸੀਂ ਕਰਾਂਗੇ।
ਹੁਣ ਤੁਹਾਨੂੰ ਮੈਂ ਕਹਾਂਗਾ ਪੰਜਾਬੀ ਸੁਸਾਇਟੀ ਵਾਲੇ ਜੇ ਸਾਰੇ ਇੱਥੇ ਬੈਠੇ ਆ, ਮੈਂ ਉਹ ਫਲਾਇਰ ਤੁਹਾਨੂੰ ਦੇ ਦਾਂਗਾ। ਜੇ ਸਾਰਾਗੜੀ ਐਗਜ਼ਾਮ 'ਚ ਮਦਦ ਕਰ ਸਕੋ ਤੇ ਹਰ ਇੱਕ ਤੱਕ ਉਹਦਾ ਸਿਲੇਬਸ ਤੇ ਹਿਸਟਰੀ ਜਾ ਸਕਦੀ ਹੈ। ਫ੍ਰੀ ਆਫ ਕਾਸਟ ਹੈਗਾ, ਬੱਚਿਆਂ ਨੂੰ ਸਗੋਂ ਇਨਾਮ ਮਿਲਣਗੇ, ਉਹਨਾਂ ਸਾਡਾ ਇਤਿਹਾਸ ਬੱਚਿਆਂ ਤੱਕ ਜਾਏਗਾ। ਉਹਨੂੰ ਮੈਂ ਲਿੰਕ ਜੋੜ ਰਿਹਾ ਕੁਐਸਚਨ ਆਨਸਰਸ ਨੂੰ ਵੀ 21 ਸਿੱਖਾਂ ਨੇ ਚਮਕੌਰ ਦੀ ਗੜੀ ਤੋਂ ਕਿਹੜੀ ਚੀਜ਼ ਲਈ ਵੀ ਉਹਨਾਂ ਨੇ 10,000 ਦਾ ਮੁਕਾਬਲਾ ਕੀਤਾ। ਉਸ ਤਰ੍ਹਾਂ ਦੇ ਸਿੰਪਲ ਜਿਹੇ ਕੁਐਸਚਨ ਆਬਜੈਕਟਿਵ ਟਾਈਪ ਹੋਣਗੇ, ਉਹ ਕੋਈ ਵੀ ਕਰ ਸਕਦਾ। ਏਜ ਲਿਮਿਟ ਕੋਈ ਨਹੀਂ ਹੈਗੀ। ਆਰਮੀ ਦੀਆਂ 2 ਬਟਾਲੀਅਨਸ ਕਰ ਰਹੀਆਂ, ਫੋਰਸ ਸਿੱਖ ਵਾਲੇ 700 ਤੇ 23 ਸਿੱਖ ਵਾਲੇ, ਉਹਨਾਂ ਨੇ ਵੀ ਕਿਹਾ ਉਹ ਸਾਰੇ ਸਿੱਖ ਫੌਜੀ ਵੀ ਐਗਜ਼ਾਮ 'ਚ ਪਾਰਟੀਸਪੇਟ ਕਰ ਰਹੇ। ਹੁਣ ਕੋਸ਼ਿਸ਼ ਕਰਾਂਗੇ ਦਿੱਲੀ ਵਾਲੇ ਵੀ ਸਾਥ ਦੇਣ ਤੇ ਸਾਰੇ ਕਰਨ। ਉੱਦਾਂ ਕਾਨਪੁਰ ਦੂਰ ਦੂਰ ਤੱਕ ਹੋ ਰਹੇ, ਵੈਸਟ ਬੰਗਾਲ ਦੇ ਵਿੱਚ ਵੀ ਇੱਕ ਸੋਰਸ ਮਿਲੇ, ਉਹ ਕਹਿੰਦੀ ਅਸੀਂ ਉੱਥੇ ਵੀ ਲਵਾਂਗੇ। ਇੰਨਾ ਹੀ ਕਹਿੰਦਾ ਆ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪ ਸਭ ਦਾ, ਆਪ ਜੀ ਨੇ ਸਮਾਂ ਕੱਢਿਆ ਇੱਥੇ ਆਉਣ ਵਾਸਤੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜਨਰਲੀ ਪੰਜਾਬੀ ਅਕੈਡਮੀ ਦੀ ਜਿਹੜੀ ਕਿਤਾਬ ਲਾਂਚ ਹੁੰਦੀ ਹੈ, ਮੈਂ ਲਿਖ ਕੇ ਦੇ ਦਿਆਂ। ਇੰਨੇ ਸਾਲਾਂ ਤੋਂ ਇਹ ਚੀਜ਼ ਮਹਿਸੂਸ ਕੀਤੀ ਕਿ ਪੰਜਾਬੀ ਅਕੈਡਮੀ ਬੜੀ ਕੋਸ਼ਿਸ਼ ਕਰਦੀ ਹੈ ਕਿ ਪੰਜਾਬੀਅਤ, ਹਰਸ਼ਰਨ ਸਿੰਘ, ਪੰਜਾਬ ਔਰ ਇਨਸਾਨੀਅਤ ਦਾ ਇੱਕ ਕੰਬੀਨੇਸ਼ਨ ਬਣਾਇਆ ਜਾਏ। ਪਿਛਲੇ ਕੁਝ ਸਾਲਾਂ ਤੋਂ ਜਦ ਤੋਂ ਸਾਡੇ ਪਿਤਾ ਸਮਾਨ ਹਰਸ਼ਰਨ ਸਿੰਘ ਬੱਲੀ ਜੀ ਵਾਈਸ ਚੇਅਰਮੈਨ ਬਣੇ, ਸਾਡੇ ਜਿੰਨੇ ਵੀ ਟੀਮ ਬਣੀ, ਡਾਕਟਰ ਸਾਹਿਬ, ਸਾਡੀ ਇਹ ਕੋਸ਼ਿਸ਼ ਰਹੀ ਕਿ ਅਸੀਂ ਕਲਚਰ ਨੂੰ, ਹਿਸਟਰੀ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ, ਕਿਉਂਕਿ ਜਿਹੜੇ ਮੁਲਕਾਂ ਦੇ ਕਲਚਰ ਔਰ ਹਿਸਟਰੀ ਨਹੀਂ ਰਹਿੰਦੀ, ਉਹਦੀ ਜ਼ਬਾਨ ਵੀ ਨਹੀਂ ਰਹਿੰਦੀ। ਬਿਲਕੁਲ ਠੀਕ। ਜੋ ਤੁਸੀਂ ਅੱਜ ਸਾਡੇ ਸਾਰਿਆਂ ਨੂੰ ਇੱਕ ਜਰਨੀ, ਇੱਕ ਤਾਂ ਪਿਕਟੋਰੀਅਲ ਜਰਨੀ ਬਣਾਤੀ। ਜਦ ਤੁਸੀਂ ਗੱਲ ਕਰ ਰਹੇ ਸੀ, ਕਿਤੇ ਨਾ ਕਿਤੇ ਅਸੀਂ ਐम्बੈਰਸ ਵੀ ਫੀਲ ਕਰ ਰਹੇ ਸੀ, ਸ਼ਰਮਿੰਦੇ ਵੀ ਹੋ ਰਹੇ ਸੀ ਕਿ ਸਾਡੇ ਕੋਲ ਖਜ਼ਾਨਾ ਤੇ ਖਰਬਾਂ ਦਾ ਹੈ, ਲੇਕਿਨ ਅਸੀਂ ਉਹਦੀ ਜਿਹੜੀ ਮੁੱਲ ਹੈ ਉਹ ਚਵਾਨੀ 'ਚ ਨਹੀਂ ਰੱਖੀ। ਦਾ ਵੇ ਅਸੀਂ ਟਰੀਟ ਕਰਦੇ ਹਾਂ ਆਪਣੀ ਹਿਸਟਰੀ ਨੂੰ, ਸ਼ਾਇਦ ਅਸੀਂ ਜ਼ਿਆਦਾ ਬਿਜ਼ੀ ਹੈਗੇ ਹਾਂ ਲੰਗਰ ਬਣਾਉਣ ਵਿੱਚ ਜਾਂ ਆਪਣੇ ਆਪ ਨੂੰ ਡਿਸਪਲੇ ਕਰਨ ਵਿੱਚ, ਰਾਦਰ ਦੈਨ ਕਿ ਐਕਚੁਅਲ ਕੰਮ ਬੱਚਿਆਂ ਤੱਕ ਪਹੁੰਚ ਸਕੇ। ਜੇ ਬੈਟਲ ਆਫ ਸਾਰਾਗਿਰੀ ਦੀ ਗੱਲ ਕਰੀਏ ਤੇ ਬੈਟਲ ਆਫ ਸਾਰਾਗਿਰੀ ਸਿਰਫ ਸਿੱਖਾਂ ਦੀ ਲੜਾਈ ਨਹੀਂ ਹੈ, ਇਹ ਇੱਕ ਦਸਮ ਪਿਤਾ ਦੇ ਸਪਿਰਿਟ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਟਿਲ ਦੀ ਲਾਸਟ ਮੈਨ ਸਟੈਂਡਿੰਗ, ਟਿਲ ਦੀ ਲਾਸਟ ਮੈਨ ਸਟੈਂਡਿੰਗ ਦੇ ਸਪਿਰਿਟ, ਜੋ ਭਾਵੇਂ 40 ਮੁਕਤੀਆਂ 'ਚ ਹੋਵੇ, ਭਾਵੇਂ ਕਿ ਸਿੰਘਾਂ ਵਿੱਚ ਹੋਵੇ, ਜਾਂ ਸਾਡਾ ਓਵਰਆਲ ਕਲਚਰ ਅੱਜ ਕੋਵਿਡ-19 ਦੀ ਸਿਚੁਏਸ਼ਨ ਵਿੱਚ ਹੋਵੇ, ਭਾਵੇਂ ਉਹ ਲੜਾਈ ਉਸ ਵੇਲੇ ਆਪਣੀ ਜ਼ਮੀਨ ਦੀ ਸੀ, ਕਦੀ ਜ਼ਮੀਰ ਦੀ ਸੀ ਔਰ ਅੱਜ ਆਕਸੀਜਨ ਦੀ ਸੀ, ਤਦ ਵੀ ਤੁਹਾਨੂੰ 21 ਸਿੱਖ ਦਿਖਾਈ ਦਿੱਤੇ। ਜਿਵੇਂ ਸਾਡੇ ਹਰਪ੍ਰੀਤ ਸਿੰਘ ਵੀਰ ਨੇ ਪੰਜਾਬੀ ਅਕੈਡਮੀ ਦੇ ਬ੍ਰਦਰਸ ਫਾਰ ਆਲ ਵਿੱਚ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ, ਸੁੱਕੇ ਲੰਗਰ ਦੀ। ਅੱਜ ਮਨਪ੍ਰੀਤ ਸਿੰਘ ਵਾਇਸ ਆਫ ਵਾਇਸਲੈਸ ਦੇ ਆਏ ਹੋਏ ਨੇ, ਇਹਨਾਂ ਨੇ ਆਕਸੀਜਨ ਦਾ ਲੰਗਰ ਲਗਾਇਆ। ਸਾਡੇ ਅਮਰਜੀਤ ਸਿੰਘ ਜੀ ਹੈਗੇ ਨੇ, ਇਹਨਾਂ ਨੇ ਰਾਸ਼ਨ ਘਰ ਘਰ ਜਾ ਕੇ ਦਿੱਤਾ। ਉਸ ਤੋਂ ਇਲਾਵਾ ਗਗਨਦੀਪ ਸਿੰਘ ਗਿੰਨੀ ਆਏ ਹੋਏ ਨੇ, ਇੱਕੋ ਸਿੱਖ ਵਾਲੇ। ਸਾਡੇ 500 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਜਿਹੜੀ ਲੜੀ ਸੀ, ਉਹਨਾਂ ਨੇ ਕ੍ਰੀਏਟ ਕੀਤੇ ਫੋਰੈਸਟ, ਕਿਉਂਕਿ ਅੱਜ ਤੁਸੀਂ ਆਕਸੀਜਨ ਬਾਏ ਕਰਨ ਜੋਗੇ ਮੁਹਤਾਜ ਹੋ ਗਏ ਹੋ। ਅਸੀਂ ਨਹੀਂ ਚਾਹੁੰਦੇ ਕਿ ਨੈਕਸਟ ਜਨਰੇਸ਼ਨ ਆਕਸੀਜਨ ਬਾਏ ਕਰੇ, ਆਕਸੀਜਨ ਅਵੇਲੇਬਲ ਹੋਏ। ਇਹ ਸਾਰੀਆਂ ਗੱਲਾਂ ਕਹਿਣ ਦਾ ਪਿੱਛੇ ਇੱਕੋ ਹੀ ਮਕਸਦ ਹੈ। ਯੂਨਾਈਟਿਡ ਸਿੱਖਸ ਵਾਲਿਆਂ ਨੇ ਕ੍ਰਿਮੇਸ਼ਨ ਕੀਤੀ, ਮੈਂ ਹੋ ਸਕਦਾ ਹੈ ਖਾਲਸਾ ਏਡ ਵਾਲਿਆਂ ਨੇ ਬਹੁਤ ਕੰਮ ਕੀਤਾ। ਇਹ ਸਾਰੀਆਂ ਗੱਲਾਂ ਕਰਨ ਦੇ ਪਿੱਛੇ ਇੱਕ ਕਾਰਨ ਹੈ ਕਿ ਸਾਡਾ ਸੋਰਸ ਕੀ ਹੈ। ਸਾਡਾ ਸੋਰਸ ਉਹੀ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ 550 ਸਾਲ ਪਹਿਲੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲੇ। ਔਰ ਉਹ ਭਾਈ ਮਰਦਾਨਾ ਜੀ ਕੀ ਰਿਪਰੈਜ਼ੈਂਟ ਕਰਦੇ ਨੇ, ਜਾਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਬੜੀ ਦੱਸੀ, ਮੈਨੂੰ ਉਸ ਦਾ ਥੋੜਾ ਬਹੁਤ ਇਲਮ ਸੀ ਪਹਿਲੇ ਵੀ, ਕਿ ਇੱਕ ਬਹੁਤ ਸਾਜ਼ਿਸ਼ ਦੇ ਥਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਔਰ ਦਰਬਾਰ ਸਾਹਿਬ ਪਹਿਲੇ ਮੁਸਲਮਾਨ ਤੋੜੇ ਗਏ, ਫਿਰ ਸਹਿਜਧਾਰੀ ਹਿੰਦੂ ਵੀਰ ਤੋੜੇ ਗਏ, ਔਰ ਫਿਰ ਬੜੀਆਂ ਸਾਰੀਆਂ ਰਿਸਟ੍ਰਿਕਸ਼ਨ ਲਾ ਦੀ, ਕਿਉਂਕਿ ਬਾਣੀ ਕਿਸੇ ਇੱਕ ਦੀ ਪ੍ਰਾਪਰਟੀ ਨਹੀਂ ਹੈ, ਬਾਣੀ ਸਾਡੀ ਸਾਰਿਆਂ ਦੀ ਹੈ। 550 ਸਾਲ, ਔਰ ਹੁਣ ਇਸ ਸਾਲਾਂ ਵਿੱਚ ਪੰਜਾਬੀ ਅਕੈਡਮੀ 400 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਤਸਵ ਦਾ 400 ਸਾਲ ਮਨਾਏਗੀ। ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਸਮਾਵੇਸ਼ ਹੈ ਡਾਕਟਰ ਸਾਹਿਬ, ਕਿ ਸਾਨੂੰ ਤੁਹਾਡੀ ਲੋੜ ਹੁਣ ਜ਼ਿਆਦਾ ਇਸ ਵਾਸਤੇ ਤੁਹਾਡੀ ਗੱਲਾਂ ਸੁਣ ਕੇ, ਇੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਅਕੈਡਮੀ, ਅਗਰ ਤੁਹਾਡੀ ਇਜਾਜ਼ਤ ਹੋਏ, ਤੁਹਾਡੇ ਤੋਂ ਪੁੱਛੇ ਬਿਨਾਂ ਮੈਂ ਅਨਾਉਂਸ ਕਰ ਰਿਹਾ ਕਿ ਅਸੀਂ ਕੁਝ ਐਸੇ ਪ੍ਰੋਗਰਾਮਸ ਕਰੀਏ ਜਿਹਦੇ ਨਾਲ ਹਿਸਟਰੀ ਅਵੇਅਰਨੈਸ ਟੂ ਦੀ ਲਾਸਟ ਮੈਨ ਪਹੁੰਚੇ। ਠੀਕ। ਔਰ ਜਿਹੜੀ ਮੇਰੇ ਵਰਗਾ ਜਦੋਂ ਜਾਣੂ ਨਹੀਂ ਹੈ, ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ, ਉਹਨੂੰ ਇਹ ਪਤਾ ਲੱਗੇ ਕਿ ਸੰਤ ਵੀ ਹੈ ਗੁਰੂ ਨਾਨਕ ਤੇ ਸਿਪਾਹੀ ਵੀ ਹੈ ਗੁਰੂ ਨਾਨਕ।
ਸੋ ਇਹ ਸਾਰੀਆਂ ਚੀਜ਼ਾਂ ਦਾ ਸਮਾਵੇਸ਼ ਤੁਹਾਡੇ ਵਰਗੀ ਸ਼ਖਸੀਅਤ ਜਦ ਸਾਡੇ ਕੋਲ ਆਉਂਦੇ ਨੇ, ਪੰਜਾਬੀ ਅਕੈਡਮੀ ਨੂੰ ਤੁਸੀਂ ਇੰਨਾ ਮਾਣ ਦਿੰਦੇ ਹੋ, ਔਰ ਇਹ ਸਾਡੇ ਵਾਈਸ ਚੇਅਰਮੈਨ ਸਾਹਿਬ, ਸਾਡੇ ਸੈਕਟਰੀ ਸਾਹਿਬ, ਔਰ ਮੈਂ ਇਸ ਵਾਸਤੇ ਇਹਨਾਂ ਦਾ ਨਾਮ ਨਹੀਂ ਲੈ ਰਿਹਾ ਕਿ ਅਸੀਂ ਸਾਰਿਆਂ ਦੇ ਨਾਂ ਲੈਣੇ, ਇਹਨਾਂ ਦਾ ਇਹ ਐਫਰਟ ਰਿਹਾ ਕਿ ਅਸੀਂ ਨਵੇਂ ਟੈਲੈਂਟ ਨੂੰ, ਔਰ ਜਿਹੜਾ ਹਿਡਨ ਟੈਲੈਂਟ ਹੈ ਜਿਹਦੇ ਬਾਰੇ ਦੁਨੀਆ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਉਹਨੂੰ ਅੱਗੇ ਕੀਤਾ ਜਾਏ। ਮੈਂ ਸਾਰਿਆਂ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਕਹਿਣਾ, ਔਰ ਮੈਡਮ ਬਾਬਾ ਜੀ ਥੈਂਕ ਯੂ ਸੋ ਵੈਰੀ ਮੱਚ ਕਿ ਤੁਸੀਂ ਸਾਰਾ ਕਨੈਕਟ ਕੀਤਾ। ਛਟਵਾਲ ਸਾਹਿਬ, ਹੋਰ ਮੇਰੇ ਵੀਰ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ, ਹਰਪ੍ਰੀਤ ਵੀਰ ਜੀ, ਆਨੰਦ ਸਾਹਿਬ, ਅਮਰਜੀਤ ਵੀਰ ਜੀ, ਜਗਤਾਰ ਸਿੰਘ ਜੀ, ਇੰਦਰਜੀਤ ਮੌਂਟੀ ਜੀ, ਹਰਜੋਤ ਸ਼ਾਹ ਜੀ, ਸੋ ਸਾਰੇ ਲੋਕ ਜਿਨ੍ਹਾਂ ਦਾ ਨਾਮ ਰਹਿ ਗਿਆ ਉਹਦੇ ਮਾਫੀ ਚਾਹੁੰਦਾ। ਲੇਕਿਨ ਆਈਡੀਆ ਇਹ ਹੈਗਾ ਕਿ ਅਸੀਂ ਲੋਕ ਕਿਆ ਸਿਰਫ ਇੱਥੇ ਇਸ ਪ੍ਰੋਗਰਾਮ ਤੋਂ ਬਾਅਦ ਜੇ ਚਾਹ ਅਰੇਂਜ ਹੈਗੀ ਹੈ, ਚਾਹ ਪੀ ਕੇ ਨਾ ਘਰ ਚਲੇ ਜਾਈਏ, ਵੀ ਨੀਡ ਟੂ ਐਕਸਟੈਂਡ ਇਟ। ਅਸੀਂ ਇਸ ਨੂੰ ਮੈਂ ਇਹਨਾਂ ਦੇ ਪੁੱਛੇ ਬਿਨਾਂ ਦੱਸ ਰਿਹਾ, ਇਹਨਾਂ ਨੂੰ ਮੈਂ ਟੇਕਨ ਫॉर ਗ੍ਰਾਂਟਡ ਲੈ ਲੈਣਾ। ਅਸੀਂ ਅਗਲੇ ਮਹੀਨੇ ਦੇ ਅੰਦਰ ਅੰਦਰ ਜੇ ਤੁਸੀਂ ਫਿਰ ਆਉਂਦੇ ਹੋ, ਅਸੀਂ ਪ੍ਰੋਗਰਾਮ ਤੁਹਾਡਾ ਵੈਸਟ ਦਿੱਲੀ ਜਿੱਥੇ ਸਿੱਖਾਂ ਦੀ ਔਰ ਪੰਜਾਬੀਆਂ ਦੀ ਆਬਾਦੀ ਜ਼ਿਆਦਾ ਹੈ, ਇੱਕ ਪ੍ਰੋਗਰਾਮ ਕਰਾਂਗੇ ਜਿੱਥੇ ਯੰਗਸਟਰਸ ਨੂੰ ਤੁਹਾਡੇ ਨਾਲ ਇੰਟਰੈਕਟਿਵ ਸੈਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਮਨ 'ਚ ਡਾਊਟ ਹੋਣ, ਕੁਐਸਚਨ ਹੋਣ, ਸਾਰਾਗਿਰੀ ਨੂੰ ਲੈ ਕੇ, ਭਾਈ ਮਰਦਾਨਾ ਜੀ ਨੂੰ ਲੈ ਕੇ, ਔਰ ਹੋਰ ਜਿਹੜੀਆਂ ਇਸ਼ੂਜ਼ ਨੂੰ, ਤਾਂ ਕਿ ਦੇ ਵੁੱਡ ਫੀਲ ਕਨੈਕਟਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬੈਠੋ ਠੀਕ ਕੋਈ ਗੱਲ ਨਹੀਂ। ਜਿੰਦਰ ਜੀ ਪੰਜਾਬੀ ਅਕੈਡਮੀ ਖੜੇ ਹੋ ਕੇ ਸ਼ੁਕਰੀਆ ਅਦਾ ਕਰ। ਮੈਂ ਸਕੱਤਰ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਪੰਜਾਬੀ ਅਕੈਡਮੀ ਦੇ ਵਾਈਸ ਚੇਅਰਮੈਨ ਸ਼੍ਰੀ ਅਰਸ਼ਦ ਸਿੰਘ ਬੱਲੀ ਜੀ, ਸਾਡੀ ਗਵਰਨਿੰਗ ਕਾਉਂਸਲ ਦੇ ਮੈਂਬਰ ਡਾਕਟਰ ਮੰਗਵਾ ਜੀ, ਹਰਪ੍ਰੀਤ ਜੀ, ਅਮਰਜੀਤ ਜੀ, ਨਾਲ ਹੀ ਨਾਲ ਮੈਂ ਅੱਜ ਦੇ ਇਸ ਨੂੰ ਕਿਤਾਬ ਦੇ ਵਿਮੋਚਨ ਉੱਤੇ ਡਾਕਟਰ ਗੁਰਿੰਦਰਪਾਲ ਸਿੰਘ ਜਸਨ ਜੀ ਦਾ ਸਵਾਗਤ ਕਰਦਾ ਕਿ ਇਹਨਾਂ ਨੇ ਪੰਜਾਬੀ ਅਕੈਡਮੀ ਨੂੰ ਇੱਕ ਬਖਸ਼ੀ ਹੈ ਕਿ ਉਹ ਪੰਜਾਬੀ ਅਕੈਡਮੀ ਨੇ ਕਿਤਾਬ ਨੂੰ ਵਿਮੋਚਨ ਕਰੇ। ਮੈਂ ਬਾਕੀ ਜਿਹੜੇ ਆਏ ਮਹਿਮਾਨਾਂ ਉਹਨਾਂ ਨੂੰ ਵੀ ਸਵਾਗਤ ਕਰਦਾ ਹਾਂ, ਮੈਡਮ ਬਾਬਾ ਜੀ ਦਾ ਤੇ ਨਾਲ ਹੀ ਮਨਜੀਤ ਸਿੰਘ ਦਾ ਸਵਾਗਤ ਕਰਦਾ। ਇਹਨਾਂ ਦੇ ਕਰਕੇ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। तो ਅੱਗੇ ਵੀ ਅਸੀਂ ਜਿਵੇਂ ਡੀਸੀ ਸਾਹਿਬ ਵੀ ਕਹਿ ਚੁੱਕੇ ਨੇ, ਪਹਿਲੇ ਡਾਕਟਰ ਨਵਾਜੀ ਵੀ ਬੜੇ ਬਹੁਤ ਸਾਰਾ ਕੁਝ ਕਿਹਾ ਹੈ, ਮੈਨੂੰ ਕਹਿਣ ਦੀ ਕੋਈ ਜ਼ਿਆਦਾ ਉਹ ਹੈ ਨਹੀਂ, ਫਿਰ ਵੀ ਮੈਂ ਇੱਕ ਵਾਰ ਸਭ ਦਾ ਆਏ ਸੋਰੀ ਮਹਿਮਾਨਾਂ ਦਾ ਸ਼ੁਕਰ ਅਦਾ ਕਰਦਾ, ਔਰ ਡਾਕਟਰ ਸਾਹਿਬ ਦਾ ਖਾਸ ਕਰਕੇ ਵੀ ਫਿਰ ਅੱਗੇ ਵੀ ਅਸੀਂ ਇਹਨਾਂ ਨੂੰ ਜੋੜ ਕੇ ਕੁਝ ਕੰਮ ਹੋਰ ਕਰਾਂਗੇ। ਇੱਕ ਵਾਰੀ ਫਿਰ ਸਭ ਦਾ ਸ਼ੁਕਰ। ਥੈਂਕ ਯੂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।